ਸਤਿ ਸ਼੍ਰੀ ਅਕਾਲ ਜੀ। ਲੈਟਸ ਕੰਟੀਨਿਊ ਆਰ ਜੀਓਗ੍ਰਾਫੀ ਸੀਰੀਜ਼ ਜਿਹਦੇ ਵਿੱਚ ਆਪਾਂ 10 ਐਮਸੀਕਿਊ ਡੇਲੀ ਡਿਸਕਸ ਕਰ ਰਹੇ ਹਾਂ। ਸੋ ਅੱਜ ਦੀ ਇਸ ਵੀਡੀਓ ਡਿਸਕਸ਼ਨ ਰਾਹੀਂ ਆਪਾਂ ਕਵਰ ਕਰਾਂਗੇ ਕੁਝ ਇੰਪੋਰਟੈਂਟ ਥੀਮਸ, ਜਿਵੇਂ ਕਿ ਆਪਾਂ ਅੱਜ ਗੱਲ ਕਰਨ ਵਾਲੇ ਹਾਂ ਪਲੈਨੇਟਰੀ ਵਿੰਡਸ ਬਾਰੇ, ਐਟਮੋਸਫੇਰਿਕ ਸਰਕੂਲੇਸ਼ਨਸ ਬਾਰੇ, ਫਿਰ ਆਪਾਂ ਲੋਕਲ ਵਿੰਡਸ ਬਾਰੇ ਵੀ ਚਰਚਾ ਕਰਾਂਗੇ, ਰਾਈਟ। ਇਹਦੇ ਨਾਲ ਨਾਲ ਆਪਾਂ ਅਰਥ ਦੇ ਹੀਟ ਬਜਟ ਨੂੰ ਵੀ ਸਮਝਦੇ ਹਾਂ, ਰਾਈਟ। ਕਿਵੇਂ ਅਰਥ ਦੀ ਇਨਸੋਲੇਸ਼ਨ ਵਰਕ ਕਰ ਰਹੀ ਹੈ ਉਹਨਾਂ ਚੀਜ਼ਾਂ ਨੂੰ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲੈਟਸ ਸਟਾਰਟ ਵਿਦ ਦ ਫਰਸਟ ਕੁਐਸਚਨ that we have. Consider the following statements. Terrestrial radiation from Earth is in short wave form. All right. Second statement says vertical convection currents are the main source of heat transfer in the stratosphere. Third, longer days increase the insolation received at the location, and that transparency of the atmosphere does not have any effect on insolation. ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਟੈਰੇਸਟਰੀਅਲ ਰੇਡੀਏਸ਼ਨ ਬਾਰੇ। ਟੈਰੇਸਟਰੀਅਲ ਰੇਡੀਏਸ਼ਨ ਉਹ ਰੇਡੀਏਸ਼ਨ ਹੈ ਜੋ ਅਰਥ ਰੇਡੀਏਟ ਕਰ ਰਹੀ ਹੈ। ਰਿਮੈਂਬਰ, ਟੈਰੇਸਟਰੀਅਲ ਰੇਡੀਏਸ਼ਨ ਉਹ ਰੇਡੀਏਸ਼ਨ ਹੈ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦਾ ਹੀ ਪਾਰਟ ਹੈ। ਉਹ ਰੇਡੀਏਸ਼ਨ ਹੈ ਜੋ ਅਰਥ ਦਾ ਸਰਫੇਸ ਰੇਡੀਏਟ ਕਰ ਰਿਹਾ ਹੈ। ਦੇਖੋ, ਅਰਥ ਨੂੰ ਹੀਟ ਕਿੱਥੋਂ ਮਿਲ ਰਹੀ ਹੈ, ਅਰਥ ਨੂੰ ਰੇਡੀਏਸ਼ਨ ਕਿੱਥੋਂ ਮਿਲ ਰਹੀ ਹੈ? ਮਿਲ ਰਹੀ ਹੈ ਸਨ ਤੋਂ। ਜਿਹੜੀ ਸਨ ਤੋਂ ਰੇਜ਼ ਆ ਰਹੀ ਹੈ ਉਹਨਾਂ ਨੂੰ ਆਪਾਂ ਕਹਿੰਦੇ ਆ ਇਨਕਮਿੰਗ ਸੋਲਰ ਰੇਡੀਏਸ਼ਨ। ਇਨਕਮਿੰਗ ਸੋਲਰ ਰੇਡੀਏਸ਼ਨ, ਇਸੇ ਨੂੰ ਆਪਾਂ ਸ਼ਾਰਟ ਵੇਵ ਰੇਡੀਏਸ਼ਨ ਵੀ ਕਹਿ ਦਿੰਦੇ ਹਾਂ। ਇਸੇ ਨੂੰ ਜਿਹੜੀ ਇਸ ਫਾਰਮ ਵਿੱਚ ਸਨ ਤੋਂ ਲਾਈਟ ਆ ਰਹੀ ਹੈ, ਹੀਟ ਦੀ ਫਾਰਮ ਚ ਆ ਰਹੀ ਹੈ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੀ ਫਾਰਮ ਚ ਆ ਰਹੀ ਹੈ, ਆਪਾਂ ਇਹਨੂੰ ਇਨਸੋਲੇਸ਼ਨ ਵੀ ਕਹਿੰਦੇ ਹਾਂ। ਤੇ ਇਹ ਹੁਣ ਅਰਥ ਦੀ ਸਰਫੇਸ ਤੇ ਆ ਰਹੀ ਹੈ। ਸਿੰਪਲ ਦੀ ਗੱਲ ਕਰਦੇ ਹਾਂ, ਲੈਟਸ ਸੇ ਪੂਰੇ ਬਹੁਤ ਸਾਰੀ ਲਾਈਟਸ ਲੱਗੀਆਂ ਹੋਈਆਂ, ਇਹਨਾਂ ਤੋਂ ਹੀਟ ਮੇਰੀ ਤਰਫ ਆ ਰਹੀ ਹੈ, ਮੇਰੀ ਬਾਡੀ ਅਬਜ਼ੌਰਬ ਕਰ ਰਹੀ ਹੈ, ਮੇਰੀ ਬਾਡੀ ਅਬਜ਼ੌਰਬ ਕਰ ਰਹੀ ਹੈ। ਹੁਣ ਤੁਹਾਨੂੰ ਸ਼ਾਇਦ ਵਿਜ਼ੀਬਲ ਫ੍ਰੀਕੁਐਂਸੀ ਵਿੱਚ ਜਾਂ ਵੇਵਲੈਂਥ ਦੇ ਥਰੂ ਤੁਸੀਂ ਨਾ ਦੇਖ ਪਾਓ ਉਹਨੂੰ, ਪਰ ਜੇ ਤੁਸੀਂ ਲੈਟਸ ਸੇ ਇਨਫਰਾਰੈਡ ਕੈਮਰਾ ਯੂਜ਼ ਕਰ ਰਹੇ ਹੋ ਜਾਂ ਕੋਈ ਹੋਰ ਅਗੇਨ ਲੋ ਵੇਵਲੈਂਥ ਨੂੰ ਕੈਪਚਰ ਕਰਨ ਵਾਲਾ ਕੈਮਰਾ ਯੂਜ਼ ਕਰ ਰਹੇ ਹੋ, ਤਾਂ ਤੁਸੀਂ ਦੇਖ ਪਾਓਗੇ ਕਿ ਹੋ ਸਕਦਾ ਕਿ ਮੇਰੀ ਬਾਡੀ ਤੋਂ ਜੋ ਸਵੈਟਿੰਗ ਹੋ ਰਹੀ ਹੈ ਉਹਦੇ ਰਾਹੀਂ ਕੁਝ એનર્ਜੀ ਬਾਹਰ ਜਾ ਰਹੀ ਹੋਗੀ, ਉਹ ਤੁਹਾਨੂੰ ਉਸ ਕੈਮਰਾ ਵਿੱਚ ਕੈਪਚਰ ਹੋਣੀ। ਸਿਮਿਲਰਲੀ ਜਿਹੜੀ ਅਰਥ ਹੈ, ਅਰਥ ਦਾ ਸਰਫੇਸ ਹੈ, ਉਹ ਰੇਡੀਏਸ਼ਨ ਨੂੰ ਅਬਜ਼ੌਰਬ ਕਰ ਰਿਹਾ ਹੈ। ਅਬਜ਼ੌਰਬ ਕਰਨ ਤੋਂ ਬਾਅਦ ਉਹ ਦੁਬਾਰਾ ਇਮਿਟ ਵੀ ਕਰਨਾ ਸ਼ੁਰੂ ਕਰੂਗਾ, ਇਮਿਟ ਵੀ ਕਰੂਗਾ। ਉਹ ਜਿਹੜਾ ਇਮਿਟ ਕਰੂਗਾ ਉਹ ਹੈ terrestrial radiation. So terrestrial radiation from the earth is in short wave form. The answer is no. It's in the long wave form. Now why long wave form? ਸਿੰਪਲ ਗੱਲ ਹੈ, ਦੇਖੋ ਮੈਂ ਤੁਹਾਨੂੰ ਪਹਿਲੇ ਲੈਕਚਰ 'ਚ ਦੱਸਿਆ ਸੀਗਾ ਕਿ એનર્ਜੀ ਤੇ ਵੇਵਲੈਂਥ ਦਾ ਇੱਕ ਇਨਵਰਸ ਰਿਲੇਸ਼ਨ ਹੁੰਦਾ ਹੈ ਤੇ એનર્ਜੀ ਤੇ ਫ੍ਰੀਕੁਐਂਸੀ ਦਾ ਡਾਇਰੈਕਟ ਰਿਲੇਸ਼ਨਸ਼ਿਪ ਹੁੰਦਾ ਹੈ, ਰਾਈਟ। ਤਾਂ ਉਰੇ ਆਪਾਂ ਗੱਲ ਕਰਾਂ ਸ਼ਾਰਟ ਵੇਵ ਤੇ ਲੌਂਗ ਵੇਵ ਦੀ, ਤਾਂ ਵੇਵਲੈਂਥ ਦੇ ਟਰਮਸ 'ਚ ਆਪਾਂ ਗੱਲ ਕਰਦੇ ਹਾਂ। ਜਿਹੜੀ ਇਨਕਮਿੰਗ ਸੋਲਰ ਰੇਡੀਏਸ਼ਨ ਹੈ ਸਨ ਤੋਂ ਆ ਰਹੀ ਹੈ, ਸਨ ਦੇ ਕੋਰ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਕਿੰਨਾ ਮਿਲੀਅਨਸ ਆਫ ਡਿਗਰੀਜ਼ ਹੈ, ਫਿਊਜ਼ਨ ਹੋ ਪਾ ਰਹੀ ਹੈ। ਸਨ ਦੇ ਸਰਫੇਸ ਦੀ ਵੀ ਆਪਾਂ ਗੱਲ ਕਰੀਏ, ਫੋਟੋਸਫੀਅਰ ਦੀ ਵੀ ਗੱਲ ਕਰੀਏ, ਤਾਂ ਵੀ ਉੱਥੇ ਥਾਊਜ਼ੈਂਡਸ ਆਫ ਡਿਗਰੀ ਦਾ ਆਪਾਂ ਨੂੰ ਟੈਂਪਰੇਚਰ ਦੇਖਣ ਨੂੰ ਮਿਲ ਰਿਹਾ। ਸੋ ਮਚ એનર્ਜੀ, ਰਾਈਟ। ਉਹਦੇ ਕਰਕੇ ਬਹੁਤ ਜ਼ਿਆਦਾ ਹੀਟ ਟ੍ਰਾਂਸਫਰ ਵੀ ਹੋ ਰਹੀ ਹੈ। ਉਹ ਜਿਹੜੀ ਹੀਟ ਹੋ ਰਹੀ ਹੈ, એનર્ਜੀ ਆ ਰਹੀ ਹੈ, ਉਹ એનર્ਜੀ ਜ਼ਿਆਦਾ ਹੈ। ਜੇ એનર્ਜੀ ਜ਼ਿਆਦਾ ਹੋਗੀ ਤਾਂ ਤੁਸੀਂ ਦੇਖੋ ਇਸ ਰਿਲੇਸ਼ਨ ਨਾਲ ਤੁਸੀਂ ਕਹੋਗੇ ਕਿ ਵੇਵਲੈਂਥ ਉਹਦੀ ਕੀ ਹੋਣ ਵਾਲੀ ਹੈ, ਘੱਟ ਹੋਣ ਵਾਲੀ ਹੈ। ਦੇਅਰਫੋਰ ਸ਼ਾਰਟ ਵੇਵ ਰੇਡੀਏਸ਼ਨ ਜੋ ਇਨਕਮਿੰਗ ਹੈ। ਔਨ ਦੀ ਕੰਟਰਰੀ, ਜਿਹੜੀ એનર્ਜੀ ਅਰਥ ਦੇ ਸਰਫੇਸ ਤੇ ਰਿਸੀਵ ਕੀਤੀ, ਉਸ ਤੋਂ ਬਾਅਦ ਥੋੜਾ ਹੀਟ ਅਪ ਹੋਣਾ ਸ਼ੁਰੂ ਹੋਇਆ ਐਂਡ ਦੈਨ ਇਟ ਸਟਾਰਟਸ ਟੂ ਐਮਿਟ ਇਟ ਬੈਕ। ਹੁਣ ਉਹਦਾ ਟੈਂਪਰੇਚਰ ਜਾਂ ਉਹਦੀ એનર્ਜੀ ਜਿਹੜੀ ਹੋਗੀ ਕੰਪੈਰੀਟਿਵਲੀ ਘੱਟ ਹੋਗੀ ਕਿ ਨਹੀਂ ਹੋਗੀ? ਵੈਨ ਵੀ ਆਰ ਕੰਪੇਅਰਿੰਗ ਅਰਥਸ ਟੈਂਪਰੇਚਰ ਵਿਦ ਦ ਟੈਂਪਰੇਚਰ ਆਫ ਸਨ, ਸਨ ਦਾ ਟੈਂਪਰੇਚਰ ਬਹੁਤ ਜ਼ਿਆਦਾ ਹੈ, ਸਨ ਤੋਂ ਆਉਣ ਵਾਲੀ એનર્ਜੀ ਵੀ ਬਹੁਤ ਜ਼ਿਆਦਾ। ਔਨ ਦਾ ਕੰਟਰਰੀ ਅਰਥ ਦਾ ਟੈਂਪਰੇਚਰ ਨਹੀਂ ਹੈਗਾ ਹੁੰਦਾ। ਅਰਥ ਜਿਹੜੀ એનર્ਜੀ ਰੇਡੀਏਟ ਕਰੂਗੀ ਤਾਂ ਉਹ ਵੀ ਉਨੀ ਜ਼ਿਆਦਾ એનર્ਜੀ ਨਹੀਂ ਹੋਣ ਵਾਲੀ। ਜੇ એનર્ਜੀ ਘੱਟ ਹੋਊਗੀ ਤਾਂ ਕੀ ਮੈਂ ਕਹਿ ਸਕਦਾ ਕਿ ਉਹਦੀ ਵੇਵਲੈਂਥ ਜ਼ਿਆਦਾ ਹੋਊਗੀ? ਯੈਸ। ਤਾਂ ਟੈਰੇਸਟਰੀਅਲ ਰੇਡੀਏਸ਼ਨ ਦੀ ਜਿਹੜੀ ਵੇਵਲੈਂਥ ਹੈ ਉਹ ਲੌਂਗ ਵੇਵ ਫਾਰਮ ਦੇ ਵਿੱਚ ਬਾਹਰ ਜਾਂਦੀ ਹੈ, ਨਾ ਕਿ ਸ਼ਾਰਟ ਵੇਵ ਫਾਰਮ ਵਿੱਚ। ਸੋ ਪਹਿਲੀ ਸਟੇਟਮੈਂਟ ਜਿਹੜੀ ਹੈ ਦਿਸ ਇਜ਼ ਇਨਕਰੈਕਟ। ਨੈਕਸਟ, ਵਰਟੀਕਲ ਕਨਵੈਕਸ਼ਨ ਕਰੰਟਸ ਆਰ ਦ ਮੇਨ ਪ੍ਰੋਸੈਸ ਆਫ ਹੀਟ ਟ੍ਰਾਂਸਫਰ ਇਨ ਦ ਸਟ੍ਰੈਟੋਸਫੀਅਰ। ਸਟ੍ਰੈਟੋਸਫੀਅਰ ਦੀ ਗੱਲ ਕਰ ਰਹੇ ਹਾਂ ਜੀ ਆਪਾਂ, ਕੱਲ ਵੀ ਗੱਲ ਕੀਤੀ ਸੀ ਕਿ ਟ੍ਰੋਪੋਸਫੀਅਰ, ਉਸ ਤੋਂ ਬਾਅਦ ਸਟ੍ਰੈਟੋਸਫੀਅਰ। ਟ੍ਰੋਪੋਸਫੀਅਰ ਅਜਿਹੀ ਲੇਅਰ ਹੈ ਜਿੱਥੇ ਸਾਰੇ ਵੈਦਰ ਰਿਲੇਟਡ ਫੀਨੋਮੀਨਾਸ ਹੋ ਜਾਂਦੇ, ਵਿੰਡ ਸਰਕੂਲੇਟ ਕਰ ਰਹੀ ਹੈ, ਰਾਈਟ, ਕਲਾਊਡ ਫਾਰਮੇਸ਼ਨ ਹੋ ਰਹੀ ਹੈ, ਜੈਟ ਸਟ੍ਰੀਮ ਚੱਲ ਰਹੀ ਹੈ, ਸਭ ਕੁਝ ਟ੍ਰੋਪੋਸਫੀਅਰ ਦੇ ਵਿੱਚ ਹੋ ਰਿਹਾ, ਸਟ੍ਰੈਟੋਸਫੀਅਰ ਦੇ ਵਿੱਚ ਨਹੀਂ ਹੁੰਦੀ ਚੀਜ਼ਾਂ। ਤੇ ਜੇ ਕਨਵੈਕਸ਼ਨ ਕਰੰਟ ਦੀ ਗੱਲ ਹੋ ਰਹੀ ਹੈ ਜੀ, ਕਨਵੈਕਸ਼ਨ ਕਰੰਟ ਮਤਲਬ ਕਿ ਕਿਸੇ ਇੱਕ ਚੀਜ਼ ਦਾ ਟੈਂਪਰੇਚਰ ਜ਼ਿਆਦਾ ਸੀਗਾ, ਉਹ ਰਾਈਜ਼ ਕਰਨਾ ਸ਼ੁਰੂ ਕਰ ਗਈ, ਇਟ ਇਜ਼ ਰਾਈਜ਼ਿੰਗ ਅਪ।
ਐਂਡ ਜਿਹੜੀ ਠੰਡੀ ਚੀਜ਼ ਸੀਗੀ ਵਿਚ ਵਾਸ ਕੋਲਡ, ਉਹ ਥੱਲੇ ਸਿੰਕ ਹੋਣਾ ਸ਼ੁਰੂ ਹੋ ਗਈ। ਕੁਝ ਇਸ ਤਰੀਕੇ ਨਾਲ ਸਾਈਕਲ ਕਰਨਾ ਸ਼ੁਰੂ ਹੋ ਰਿਹਾ। ਦਿਸ ਇਜ਼ ਕਨਵੈਕਸ਼ਨ ਕਰੰਟ ਜਾਂ ਕਨਵੈਕਟਿਵ ਸਾਈਕਲ। ਸੋ ਵਰਟੀਕਲ ਕਨਵੈਕਸ਼ਨ ਕਰੰਟਸ ਯਾਰ ਦੇ ਆਰ ਨਾਟ ਦ ਮੇਨ ਪ੍ਰੋਸੈਸ ਆਫ ਹੀਟ ਟ੍ਰਾਂਸਫਰ ਇਨ ਦ ਸਟ੍ਰੈਟੋਸਫੇਅਰ, ਨੋ, ਕਿਉਂਕਿ ਉੱਥੇ ਪੋਸੀਬਲ ਹੈ ਹੀ ਨਹੀਂ। ਇਹ ਸਾਰਾ ਫਿਨੋਮੇਨਾ ਕਿੱਥੇ ਹੋ ਰਿਹਾ? ਟ੍ਰੋਪੋਸਫੇਅਰ ਦੇ ਵਿੱਚ ਹੋ ਰਿਹਾ। ਨੈਕਸਟ, ਲੌਂਗਰ ਡੇਜ਼ ਇੰਕਰੀਜ਼ ਇਨਸੋਲੇਸ਼ਨ ਰਿਸੀਵਡ ਐਟ ਅ ਲੋਕੇਸ਼ਨ। ਹਾਂਜੀ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਗਰਮੀਆਂ ਤੇ ਸਰਦੀਆਂ ਵਿੱਚ ਕੀ ਫਰਕ ਹੈ, ਸਿੰਪਲ ਫਰਕ ਹੈ ਕਿ ਯਾਰ ਗਰਮੀਆਂ ਦੇ ਵਿੱਚ ਜਿਹੜੇ ਆਪਣੇ ਦਿਨ ਹੁੰਦੇ ਆ ਉਹਨਾਂ ਦੀ ਡਿਊਰੇਸ਼ਨ ਜਿਹੜੀ ਹੁੰਦੀ ਹੈ ਲੌਂਗਰ ਡੇਜ਼ ਹੁੰਦੀ ਹੈ ਐਜ਼ ਅਪੋਜ਼ ਟੂ ਸਰਦੀਆਂ। ਵਿੰਟਰਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਦਿਨ ਉਹਨੇ ਵੱਡੇ ਨਹੀਂ ਹੁੰਦੇ, ਰਾਤਾਂ ਜ਼ਿਆਦਾ ਲੰਬੀਆਂ ਹੁੰਦੀਆਂ। ਤਾਂ ਉਹਦੇ ਕਰਕੇ ਕੀ ਹੁੰਦਾ ਹੈ ਕਿ ਗਰਮੀਆਂ ਦੇ ਵਿੱਚ, ਸਮਰਸ ਦੇ ਵਿੱਚ ਕੀ ਹੁੰਦਾ ਹੈ, ਜਿਹੜੀ ਇਨਕਮਿੰਗ ਰੇਡੀਏਸ਼ਨ ਸੋਲਰ ਇਨਸੋਲੇਸ਼ਨ ਹੈ ਉਹ ਜ਼ਿਆਦਾ ਟਾਈਮਲੀ ਆਉਂਦੀ ਹੈ, ਤਾਂ ਕਰਕੇ ਆਪਾਂ ਨੂੰ ਟੈਂਪਰੇਚਰ ਵੀ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਸਰਦੀਆਂ ਦੇ ਵਿੱਚ ਉਹ ਨਹੀਂ ਹੁੰਦਾ ਕੇਸ। ਸੋ ਸਟੇਟਮੈਂਟ 3 ਇਜ਼ ਕਰੈਕਟ। ਟ੍ਰਾਂਸਪੇਰੈਂਸੀ ਆਫ ਦੀ ਐਟਮੋਸਫੀਅਰ ਡਸ ਨਾਟ ਅਫੈਕਟ ਦੀ ਇਨਸੋਲੇਸ਼ਨ। ਇਹ ਕੀ ਕਹਿ ਰਿਹਾ ਕਿ ਉੱਤੇ ਟ੍ਰਾਂਸਪੇਰੈਂਟ ਕਿੰਨਾ ਹੈ ਜਾਂ ਕਿੰਨਾ ਓਪੇਕ ਹੈ ਐਟਮੋਸਫੇਅਰ, ਉਹ ਕਹਿੰਦੇ ਕੋਈ ਵੀ ਰੋਲ ਪਲੇ ਨਹੀਂ ਕਰੂਗਾ when it comes to insolation। the answer is no, ਬਿਲਕੁਲ ਕਰੂਗਾ ਜੀ, ਬਿਲਕੁਲ ਕਰੂਗਾ। this statement is incorrect। ਕਿਉਂ? ਇਮੇਜਿਨ ਕਰੋ ਕਿ ਉੱਤੇ ਤੁਹਾਡੇ ਲੈਟਸ ਸੇ ਜਿੱਥੇ ਤੁਸੀਂ ਹੋ ਉੱਥੇ ਅੱਜ ਦੇ ਦਿਨ ਲੈਟਸ ਸੇ ਕਲਾਊਡ ਫਾਰਮੇਸ਼ਨ ਹੋ ਚੁੱਕੀ ਹੈ, ਤੇ ਜੇ ਕਲਾਊਡ ਫਾਰਮੇਸ਼ਨ ਹੋ ਚੁੱਕੀ ਹੈ ਤਾਂ ਤੁਹਾਨੂੰ ਟੈਂਪਰੇਚਰ ਘੱਟ ਫੀਲ ਹੋਊਗਾ, ਜ਼ਿਆਦਾ ਫੀਲ ਹੋਊਗਾ? the answer is ਘੱਟ ਫੀਲ ਹੋਊਗਾ, ਰਾਈਟ। ਅੱਜ ਲੈਟਸ ਸੇ ਅਗੇਨ ਕੱਲ ਦੀ ਗੱਲ ਕਰਦੇ ਹਾਂ, ਤੇ ਕੱਲ ਕਲਾਊਡ ਫਾਰਮੇਸ਼ਨ ਨਹੀਂ ਹੈਗੀ, ਤਾਂ ਅੱਜ ਕੱਲ ਕੀ ਹੋਊਗਾ? ਕੱਲ ਜਿਹੜਾ ਐਟਮੋਸਫੇਅਰ ਹੈ ਟ੍ਰਾਂਸਪੇਰੈਂਟ ਹੋਣ ਵਾਲਾ ਹੈ। ਜੇ ਟ੍ਰਾਂਸਪੇਰੈਂਟ ਹੋਊਗਾ ਤਾਂ ਇਨਸੋਲੇਸ਼ਨ ਕੀ ਹੋਊਗੀ? ਜ਼ਿਆਦਾ ਹੋਊਗੀ। ਤਾਂ therefore fourth statement is incorrect। so which of the following given statements are correct? I think 3 is the right answer, A option। next, insolation at the equator is higher than over the subtropical deserts। ਹੁਣ ਤੁਹਾਨੂੰ ਥੋੜਾ ਜਿਹਾ ਬਰੀਫ ਆਈਡੀਆ ਚਾਹੀਦਾ ਹੋਊਗਾ ਰੇ ਕਿ ਆਪਾਂ ਇਕੁਏਟਰ ਦੀ ਗੱਲ ਕਰ ਰਹੇ ਹਾਂ, ਐਂਡ ਦੈਨ ਵੀ ਹੈਵ subtropics, Tropic of Cancer, Tropic of Capricorn, so on। ਕਹਿੰਦੇ ਇਨਸੋਲੇਸ਼ਨ ਐਟ ਇਕੁਏਟਰ ਇਜ਼ ਹਾਇਰ ਦੈਨ ਓਵਰ ਦ ਸਬਟ੍ਰੋਪਿਕਲ ਡੈਜ਼ਰਟਸ। ਹੁਣ ਤੁਸੀਂ ਦੇਖੋ ਕਿ ਤੁਸੀਂ ਸੋਚੋਗੇ ਨਾਰਮਲ ਕਿ ਸਭ ਤੋਂ ਜ਼ਿਆਦਾ ਔਨ ਐਨ ਐਵਰੇਜ ਇਨਸੋਲੇਸ਼ਨ ਕਿੱਥੇ ਹੋ ਸਕਦੀ ਹੈ ਪਲੇਨ ਟਰਮਸ ਦੇ ਵਿੱਚ? ਤੁਸੀਂ ਕਹੋਗੇ ਇਕੁਏਟਰ ਦੇ ਅਰਾਊਂਡ ਹੋ ਸਕਦੀ ਹੈ, ਇਕੁਏਟਰ ਦੇ ਅਰਾਊਂਡ ਹੋ ਸਕਦੀ ਹੈ। ਪਲੇਨਲੀ ਮੈਂ ਤੁਹਾਡਾ ਆਰਗੂਮੈਂਟ ਮੰਨ ਵੀ ਲੂੰਗਾ, ਬਟ ਤੁਸੀਂ ਆ ਵੀ ਦੇਖੋ ਕਿ ਇਕੁਏਟਰ ਦੇ ਅਰਾਊਂਡ ਮੇਜਰ ਸਾਰੀ ਜਿਹੜੀ ਹੈਗੀ ਹੈ ਵਾਟਰ ਬੋਡੀਜ਼ ਹੈ। ਯੂ ਹੈਵ Atlantic Ocean over here, you have Pacific Ocean over here, you have Indian Ocean over here, right? ਸੋ ਇਕੁਏਟਰ ਦੇ ਅਰਾਊਂਡ ਨਾ ਓਸ਼ੀਅਨਸ ਵੀ ਬਹੁਤ ਸਾਰੇ ਹੈ, ਓਸ਼ੀਅਨਸ ਵੀ ਬਹੁਤ ਸਾਰੇ ਹੈ। ਤਾਂ ਜੇ ਇਨਸੋਲੇਸ਼ਨ ਆ ਰਹੀ ਹੈ ਤਾਂ ਉਹਦੇ ਕਰਕੇ ਕੀ ਹੋਣਾ ਹੈ? ਉਹਦੇ ਕਰਕੇ ਇਵੈਪੋਰੇਸ਼ਨ ਵੀ ਹੋਣੀ ਹੈ। ਇਵੈਪੋਰੇਸ਼ਨ ਕਰਕੇ ਕੀ ਹੋਊਗਾ? ਕੰਡੈਂਸੇਸ਼ਨ ਤੇ ਕਲਾਉਡ ਫਾਰਮੇਸ਼ਨ ਹੋਗੀ। ਜੇ ਕਲਾਉਡ ਫਾਰਮੇਸ਼ਨ ਹੋ ਰਹੀ ਹੈ ਤਾਂ ਤੁਸੀਂ ਦੇਖੋਗੇ ਜਿਹੜਾ ਉੱਤੇ ਐਟਮੋਸਫੇਅਰ ਹੈਗਾ ਉਹ ਟ੍ਰਾਂਸਪੇਰੈਂਟ ਨਹੀਂ ਹੋਊਗਾ। ਸੋ ਤਾਂ ਕਰਕੇ ਇਨਸੋਲੇਸ਼ਨ ਜਿਹੜੀ ਇਕੁਏਟਰ ਤੇ ਹੁੰਦੀ ਹੈ ਮਾਰਜਨਲੀ it is less as compared to what we experience at the subtropical deserts। so this statement is incorrect, right? सबट्रॉपिकल डेजर्ट्स की ਫਾਰਮੇਸ਼ਨ ਤੇ ਆਪਾਂ ਡੈਜ਼ਰਟ ਫਾਰਮੇਸ਼ਨ ਉੱਥੇ ਹੋ ਰਹੀ ਜਿੱਥੇ ਬਰਸਾਤ ਨਹੀਂ ਹੋ ਰਹੀ, ਜਿੱਥੇ ਬਾਰਿਸ਼ ਨਹੀਂ ਹੋ ਰਹੀ। ਤਾਂ ਡੈਜ਼ਰਟਸ ਦੇ ਕੇਸ ਵਿੱਚ ਕਲਾਉਡ ਫਾਰਮੇਸ਼ਨ ਵੀ ਨਹੀਂ ਦਿਖੂਗੀ ਤੇ ਸਬ ਟ੍ਰੋਪੀਕਲ ਏਰੀਆਜ਼ ਦੇ ਵਿੱਚ ਆ ਚੁੱਕਾ, ਜਿੱਥੇ ਰਿਲੇਟਿਵਲੀ ਯੂ ਸੀ ਅਗੇਨ ਰਿਲੇਟਿਵਲੀ ਜਿੱਥੇ ਤੁਹਾਨੂੰ ਥੋੜਾ ਜ਼ਿਆਦਾ ਹੀ ਇਨਸੋਲੇਸ਼ਨ ਮਿਲਣ ਵਾਲੀ ਹੈ। ਐਬਸੋਲੂਟ ਟਰਮਸ ਦੇ ਵਿੱਚ ਦੇਖੋਗੇ ਜੇ ਲੈਟਸ ਸੇ ਪੂਰੀ ਅਰਥ ਇੱਕ ਸਰਫੇਸ ਹੁੰਦੀ, ਕੋਈ ਉੱਤੇ ਵਾਟਰ ਨਾ ਹੁੰਦਾ, ਕੁਝ ਨਾ ਹੁੰਦਾ, ਤਾਂ ਦ ਫਰਸਟ ਸਟੇਟਮੈਂਟ ਸ਼ੁਡ ਹੈਵ ਬੀਨ ਕਰੈਕਟ। ਬਟ ਕਿਉਂਕਿ ਅਰਥ ਤੇ ਵਾਟਰ ਵੀ ਹੈਗਾ ਤੇ ਕਲਾਉਡ ਫਾਰਮੇਸ਼ਨ ਵੀ ਹੁੰਦੀ ਹੈ ਤਾਂ ਇਕੁਏਟਰ ਤੇ ਜ਼ਿਆਦਾ ਹੋ ਜਾਂਦੀ ਹੈ as compared to subtropical part। ਸੋ ਸਬਟ੍ਰੋਪਿਕ ਡੈਜ਼ਰਟਸ ਸਪੈਸ਼ਲੀ ਡੈਜ਼ਰਟਸ ਜਿਹੜੇ ਹੈਗੇ ਆ ਉੱਥੇ ਤਾਂ ਡਰਾਈ ਰੀਜਨ ਹੁੰਦਾ ਤਾਂ ਉੱਥੇ ਇਨਸੋਲੇਸ਼ਨ ਜ਼ਿਆਦਾ ਹੋ ਜਾਂਦੀ। Next statement, during aphelion the earth is farthest from the sun and receives less insolation। yes, general statement ਹੈ ਜੀ, marginally ਜਿਹੜੀ insolation receive ਕਰਦੀ ਹੈ earth ਉਸ ਟਾਈਮ ਤੇ ਘਟ ਜਾਂਦੀ ਹੈ। we have seen that earth is revolving around the sun in a bit of elliptical part, in a bit of, not exactly elliptical, not exactly circular, in a bit of elliptical part। so ਇੱਕ point ਹੈ ਜਿਹਨੂੰ ਆਪਾਂ ਕਹਿ ਰਹੇ ਹਾਂ let's say this is perihelion point and this is aphelion point, right? ਤਾਂ ਜਦੋਂ farthest ਹੋਗੀ earth from the sun ਤਾਂ ਜਿਹੜੀ incoming radiation ਹੈ ਉਹ ਥੋੜੀ ਘਟ ਜੂਗੀ। Third statement, atmospheric gases like carbon dioxide absorb long wave terrestrial radiation। The answer is yes, they do absorb। ਇਸੇ ਨੂੰ ਆਪਾਂ ਕੀ ਕਹਿੰਦੇ ਹਾਂ? ਗ੍ਰੀਨ ਹਾਊਸ ਇਫੈਕਟ, right? So in this case 2 and 3 is the right answer। next we have
related to heat budget of the earth. 65 units of solar energy are absorbed by अर्थ या फिर एटमॉस्फेयर सिस्टम। देखो ਹੁਣ ਇਹ ਕੀ ਕਹਿ ਰਹੇ हैं ਕਿ ਹੀਟ ਬਜਟ ਨਾ ਬਹੁਤ ਇੰਪੋਰਟੈਂਟ ਹੈ ਵੈਸੇ। ਇਨਫੈਕਟ ਮੈਂ ਤੁਹਾਡੇ ਨਾਲ ਗੱਲ ਕਰਾਂ, ਇਹ ਵਨ ਆਫ ਦਾ ਮੋਸਟ ਨਿਗਲੈਕਟਡ ਟੌਪਿਕਸ ਹੈ ਕਿਉਂਕਿ ਬੱਚੇ ਕਨਫਿਊਜ਼ ਹੋ ਜਾਂਦੇ ਇਹਦੇ ਵਿੱਚ। ਬਟ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਪਰਸਨਲੀ ਕਿ ਜੇ ਤੁਸੀਂ ਨਹੀਂ ਕਵਰ ਕੀਤਾ ਤਾਂ ਇਹਨੂੰ ਕਵਰ ਕਰ ਲਓ, ਕੁਐਸਚਨ ਇਸ ਤੋਂ ਆਉਣ ਦੇ ਚਾਂਸਸ ਬਹੁਤ ਹਾਈ। ਹੀਟ ਬਜਟ ਕੀ ਕਰਦਾ ਹੈ? ਹੀਟ ਬਜਟ ਦੱਸ ਰਿਹਾ ਆਪਾਂ ਨੂੰ ਕਿ ਕਿੰਨੀ ਇਨਕਮਿੰਗ ਸੋਲਰ ਰੇਡੀਏਸ਼ਨ ਆ ਰਹੀ ਹੈ ਤੇ ਕਿੰਨੀ ਵਾਪਸ ਜਾ ਰਹੀ ਹੈ। ਠੀਕ ਹੈ ਜੀ, ਤਾਂ ਇਹਦਾ ਇੱਕ ਬਜਟ ਹੈ, ਇਹਦਾ ਇੱਕ ਹਿਸਾਬ ਕਿਤਾਬ ਹੈ, ਇੱਕ ਲੈਜਰ ਹੈ, ਉਹ ਬਣ ਗਿਆ ਹੀਟ ਬਜਟ। ਦੈਟਸ ਇਟ। ਸੋ ਆਊਟ ਆਫ ਲੈਟਸ ਸੇ 100 units which are coming towards the earth या फिर अर्थ एटमॉस्फेयर सिस्टम, दिस इज लेट्स से the atmosphere of earth and this is the surface of earth. So let's say 100 units are coming over here, ਤਾਂ ਉਹਦੇ ਵਿੱਚ ਕੀ ਕਹਿ ਰਹੇ ਹਾਂ 65 units of solar energy are absorbed by the earth atmosphere system. The answer is yes. Rest of them are scattered back. Rest of them are scattered back. Then few of them are reflected back. Reflected back by let's say clouds, right? And then ਜਿਹੜੀ ਅਰਥ ਦੇ let's say surface ਦੇ ਉੱਪਰ for example ice caps ਨੇ, glaciers ਨੇ, oceans ਨੇ, ਇਹ भी रिफ्लेक्ट कर रहे हैं। क्लाउड्स प्राइमरीली रिफ्लेक्ट करते हैं जी। नियरली 27 यूनिट्स आर रिफ्लेक्टेड बैक बाय द क्लाउड्स एंड 2 यूनिट्स बाय दीज थिंग्स। एंड नेक्स्ट जो 6 यूनिट पीछे बच रहे हैं वो स्कैटर बैक हो जाने हैं, वापस स्पेस ਵੱਲ ਚਲੇ ਜਾਂਦੇ, ਸਕੈਟਰਿੰਗ ਬੈਕ ਹੋ ਜਾਂਦੀ ਹੈ। ਤਾਂ ਜਿਹੜਾ ਬਾਕੀ ਬਚਦਾ 65 ਯੂਨਿਟਸ ਹੈ ਉਹੀ ਆ ਪਾਣੇ ਹੈ ਅਰਥ ਦੇ ਐਟਮੋਸਫੇਅਰ ਤੇ ਅਰਥ ਦੇ ਸਰਫੇਸ ਤੇ। ਸੋ ਦਿਸ ਸਟੇਟਮੈਂਟ ਇਜ਼ ਕਰੈਕਟ। Now the earth surface absorbs 34 units of solar radiation. Now this statement is incorrect ਕਿਉਂਕਿ ਅਰਥ ਦਾ ਜਿਹੜਾ ਸਰਫੇਸ ਹੈ ਉਹ ਅਬਜ਼ੌਰਬ ਕਰਦਾ ਹੈ 51 ਯੂਨਿਟਸ। 51 ਯੂਨਿਟਸ ਉਹਦੇ ਵਿੱਚੋਂ ਤੁਸੀਂ ਦੇਖੋਗੇ 34 ਯੂਨਿਟਸ ਜਿਹੜੇ ਹੈਗੇ ਆ ਉਹ ਡਾਇਰੈਕਟਲੀ ਅਬਜ਼ੌਰਬ ਕਰ ਰਹੇ ਡਾਇਰੈਕਟਲੀ। ਐਂਡ ਦੈਨ ਜਿਹੜੇ 17 ਯੂਨਿਟਸ ਪਿੱਛੇ ਬਚ ਰਹੇ ਆ ਉਹ ਸਕੈਟਰਡ ਫਾਰਮ ਦੇ ਵਿੱਚ ਅਬਜ਼ੌਰਬ ਕਰ ਰਿਹਾ। ਇਟਸ ਲਾਈਕ ਕਿ 100 ਯੂਨਿਟਸ ਆਏ, ਉਹਦੇ ਵਿੱਚੋਂ ਸਿਰਫ 65 ਯੂਨਿਟ ਸੀਗੇ ਜਿਹੜੇ ਥੱਲੇ ਆ ਪਏ, ਉਹਦੇ ਵਿੱਚੋਂ ਵੀ 51 ਯੂਨਿਟ ਸੀਗੇ ਜਿਹੜੇ ਅਰਥ ਦੇ ਸਰਫੇਸ ਨੇ ਅਬਜ਼ੌਰਬ ਕੀਤੇ, ਜਿਹੜੇ ਰਿਮੇਨਿੰਗ 14 ਸੀਗੇ ਉਹ ਐਟਮੋਸਫੇਅਰ ਨੇ ਅਬਜ਼ੌਰਬ ਕਰ। ਹੁਣ ਇਹ 61 ਇਹਦੇ 51 ਦਾ ਹਿਸਾਬ ਕਰਦੇ ਆਪਾਂ, 51 ਵਿੱਚੋਂ 34 ਸੀਗੇ ਜਿਹੜੇ ਡਾਇਰੈਕਟਲੀ ਆ ਪਏ ਸੀਗੇ ਤੇ ਇਹਦੇ ਵਿੱਚੋਂ 17 ਉਹ ਸੀਗੇ ਜੋ ਸਕੈਟਰਡ ਫਾਰਮ ਵਿੱਚ ਆ ਪਏ ਸੀ। 6 ਯੂਨਿਟ ਸਕੈਟਰ ਹੋ ਕੇ ਬਾਹਰ ਚਲੇ ਗਏ ਸੀਗੇ, 17 ਯੂਨਿਟ ਸਕੈਟਰ ਹੋ ਕੇ ਅਰਥ ਦੇ ਸਰਫੇਸ ਤੇ ਆ ਚੁੱਕੇ ਸੀ। ਸੋ ਇਹਦਾ ਹੀਟ ਬਜਟ ਦਾ ਪਾਰਟ ਬਣ। Third, balance between incoming and outgoing radiation is known as heat budget. The answer is yes. Next, heat surplus in the tropics is offset by heat deficit in the polar regions through global redistribution. देखो हीट बजट ही है ऐसी चीज, डिस्ट्रीब्यूशन ऑफ हीट ही एक ऐसी चीज है ਜਿਹਦੇ ਕਰਕੇ ਤੁਹਾਨੂੰ ਵਿੰਡ ਸਿਸਟਮ ਦੇਖਣ ਨੂੰ ਮਿਲ ਰਿਹਾ, ਜਿਹਦੇ ਕਰਕੇ ਤੁਹਾਨੂੰ ਲੈਟਸ ਸੇ ਓਸ਼ੀਅਨਿਕ ਸਰਕੂਲੇਸ਼ਨ ਦੇਖਣ ਨੂੰ ਮਿਲ ਰਹੀ ਹੈ। ਕਿਉਂ? ਕਿਉਂਕਿ ਤੁਸੀਂ ਦੇਖੋਗੇ ਕਿ ਜਿਹੜੀ ਮੇਜਰ ਹੀਟ ਹੈ, ਮੇਜਰ ਇਨਸੋਲੇਸ਼ਨ ਉਹ ਕਿੱਥੇ ਹੁੰਦੀ ਹੈ? ਮੇਜਰ ਇਨਸੋਲੇਸ਼ਨ ਇਸ ਏਰੀਆ ਦੇ ਵਿੱਚ ਹੁੰਦੀ ਹੈ 40 ਡਿਗਰੀ ਨਾਰਥ ਟੂ 40 ਡਿਗਰੀ ਸਾਊਥ। ਇਹ ਰੀਜਨ ਹੈ ਜਿੱਥੇ ਮੇਜਰ ਹੀਟ ਡਿਸਟ੍ਰੀਬਿਊਸ਼ਨ ਹੁੰਦੀ ਹੈ। ਜਿੰਨਾ ਹੀ ਤੁਸੀਂ ਉਸ ਤੋਂ ਉੱਪਰ ਜਾਓਗੇ ਔਨ ਈਦਰ ਸਾਈਡ ਟੂਵਰਡਸ ਨਾਰਥ ਪੋਲ ਔਰ ਟੂਵਰਡਸ ਸਾਊਥ ਪੋਲ, ਹੀਟ ਡਿਸਟ੍ਰੀਬਿਊਸ਼ਨ ਘਟਦੀ ਜਾਊਗੀ, ਇਨਕਮਿੰਗ ਸੋਲਰ ਰੇਡੀਏਸ਼ਨ ਘਟਦੀ ਜਾਊਗੀ, ਇਨਸੋਲੇਸ਼ਨ ਘਟਦੀ ਜਾਊਗੀ। ਤਾਂ ਹੀ ਆਪਾਂ ਦੇਖਦੇ ਹਾਂ ਕਿ ਪੋਲਰ ਏਰੀਆਜ਼ ਦੇ ਵਿੱਚ ਕੀ ਹੈ, ਬਹੁਤ ਜ਼ਿਆਦਾ ਠੰਡ ਹੁੰਦੀ ਹੈ, ਰਾਈਟ। ਈਵਨ ਜੇ ਤੁਸੀਂ ਇਸ ਗੱਲ ਤੇ ਵੀ ਆ ਜਾਓਗੇ ਕਿ ਸਰ ਅਸੀਂ ਤਾਂ ਥਿਓਰੈਟੀਕਲੀ ਇਹ ਵੀ ਪੜ੍ਹਿਆ ਹੋਇਆ ਹੈ ਕਿ ਪੋਲਰ ਰੀਜਨਸ ਦੇ ਵਿੱਚ ਥਿਓਰੈਟੀਕਲੀ ਸਪੀਕਿੰਗ ਕੁਝ ਰੀਜਨ ਐਸੇ ਹੋਣਗੇ ਜਿੱਥੇ ਬਿਲਕੁਲ ਆਪਾਂ ਨਾਰਥ ਪੋਲ ਤੇ ਸਾਊਥ ਪੋਲ ਦੀ ਗੱਲ ਕਰ ਰਹੇ ਹਾਂ ਕਿ ਜਿੱਥੇ 6 ਮੰਥਸ ਦੀ ਡੇਲਾਈਟ ਵੀ ਆ ਸਕਦੀ ਹੈ। ਤੇ ਆਨਸਰ ਇਜ਼ ਯੈਸ, ਆ ਸਕਦੀ ਹੈ। ਬਟ ਤੁਸੀਂ ਆ ਦੇਖੋ ਕਿ ਜਿਹੜੀ ਸਨਲਾਈਟ ਆ ਰਹੀ ਹੈ ਨਾ ਉੱਥੇ, ਜਿਹੜੀ ਸਨਲਾਈਟ ਉੱਥੇ ਆ ਰਹੀ ਹੈ ਉਹ ਬਹੁਤ ਹੀ ਸਲਾਂਟ ਵੇ ਦੇ ਵਿੱਚ ਆ ਰਹੀ ਹੈ, ਬਹੁਤ ਸਲਾਂਟ ਵੇ ਦੇ ਵਿੱਚ ਆ ਰਹੀ ਕੁਝ ਇਸ ਤਰੀਕੇ ਨਾਲ। ਔਨ ਦੀ ਕੰਟਰਰੀ ਜਿਹੜੀ ਸਨਲਾਈਟ ਦੀ ਸਨ ਰੇਸ ਉਰੇ ਆ ਰਹੇ they are hitting almost vertical close to equator between tropics, they are hitting almost 90 degree, right? on the other hand ਤੁਸੀਂ ਦੇਖੋਗੇ ਪੋਲਰ ਰੀਜਨਸ ਵੱਲ ਜਿੰਨਾ ਤੁਸੀਂ ਜਾਓਗੇ ਤਾਂ ਤੁਹਾਨੂੰ ਲੱਗੂਗਾ ਕਿ ਉਰੇ ਤਾਂ ਐ ਲੱਗਦਾ ਹੈ ਕਿ ਬਿਲਕੁਲ ਸਰਫੇਸ ਦੇ ਨਾਲ ਆ ਰਹੀ ਹੈ, ਬਿਲਕੁਲ 0 ਡਿਗਰੀ ਦਾ ਐਂਗਲ ਬਣਾਉਂਦੇ ਹੋਏ ਆ ਰਹੀ ਹੈ, ਬਹੁਤ ਹੀ ਘੱਟ ਐਂਗਲ ਬਣਾ ਰਹੀ ਹੈ। ਤੇ ਤਾਂ ਕਰਕੇ ਤੁਸੀਂ ਇਹਨੂੰ ਘਰੇ ਵੀ ਐਕਸਪੈਰੀਮੈਂਟ ਕਰਕੇ ਦੇਖੋ। ਹੈਵ ਅ ਟਾਰਚ ਇਨ ਯੋਰ ਹੈਂਡ, ਰੂਮ ਦੀ ਲਾਈਟ ਵਗੈਰਾ ਬੰਦ ਕਰ ਦੇਣਾ, ਇੱਕ ਉਸ ਟਾਰਚ ਨੂੰ ਬਿਲਕੁਲ ਪੁਆਇੰਟ ਕਰਨਾ ਇੱਕ ਦੀਵਾਰ ਵੱਲ ਸਿੱਧਾ, ਬਿਲਕੁਲ ਰਾਈਟ।
ਦੂਜਾ ਕੋਸ਼ਿਸ਼ ਕਰਨਾ ਕਿ ਤੁਸੀਂ ਨਾ ਦੀਵਾਰ ਦੇ ਪੈਰਲਲ ਟਾਰਚ ਨੂੰ ਕਰ ਲੈਣਾ। ਇੱਕ ਹੈ ਦੀਵਾਰ ਦੇ ਬਿਲਕੁਲ ਪਰਪੈਂਡੀਕੁਲਰ ਤੁਸੀਂ ਟਾਰਚ ਪੁਆਇੰਟ ਕਰਨੀ, ਤੁਸੀਂ ਦੇਖੋਗੇ ਕਿ ਹਾਂ ਉਹਦਾ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਊਗਾ। ਦੂਜੇ ਕੇਸ ਵਿੱਚ ਤੁਸੀਂ ਕੀ ਕਰਨਾ, ਦੀਵਾਰ ਦੇ ਬਿਲਕੁਲ ਪੈਰਲਲ ਕਰ ਲਓ ਟਾਰਚ। ਹੁਣ ਟਾਰਚ ਦਾ ਜਿਹੜਾ ਏਰੀਆ ਹੋਗਾ ਲਿਊਮੀਨਸ ਦਾ, ਉਹ ਲਾਈਟ ਦਾ ਉਹ ਏਰੀਆ ਚਾਹੇ ਵੱਧ ਜਾਊਗਾ, ਬਟ ਟੈਂਪਰੇਚਰ ਤੁਸੀਂ ਦੇਖੋਗੇ ਉਹਨਾਂ ਨਹੀਂ ਵਧਣਾ ਐਸ ਕੰਪੇਅਰ ਟੂ ਦਿਸ ਵਾਲਾ ਪੁਆਇੰਟ। ਸੋ ਇਹ ਪੁਆਇੰਟ ਹੋ ਰਿਹਾ ਨੀਅਰ ਟ੍ਰੋਪਿਕਸ ਰਾਈਟ। ਸੋ ਜਿਹੜਾ ਇਹ ਕੇਸ ਬਣਦਾ ਇਹ ਬਣ ਰਿਹਾ ਅਰਾਊਂਡ ਪੋਲਸ। ਤਾਂ ਕਰਕੇ ਆਪਾਂ ਦੇਖਦੇ ਹਾਂ ਕਿ ਜਿਹੜਾ ਪੋਲਰ ਰੀਜਨਸ ਹੈਗੇ ਆ ਉੱਥੇ ਹੀਟ ਡੈਫੀਸਿਟ ਹੀ ਹੁੰਦੀ ਹੈ। ਉੱਥੇ ਹੀਟ ਡੈਫੀਸਿਟ ਦਾ ਮਤਲਬ ਕੀ ਹੈ ਕਿ ਜਿਹੜੀ ਇਨਕਮਿੰਗ ਸੋਲਰ ਰੇਡੀਏਸ਼ਨ ਹੈ ਉਹ ਬਹੁਤ ਘੱਟ ਆ ਰਹੀ ਹੈ ਉੱਥੇ, ਐਂਡ ਆਊਟਗੋਇੰਗ ਰੇਡੀਏਸ਼ਨ ਜ਼ਿਆਦਾ ਹੈ ਉਸ ਤੋਂ, ਤਾਂ ਕਰਕੇ ਹੀਟ ਡੈਫੀਸਿਟ ਹੋ ਚੁੱਕਿਆ। ਹੀਟ ਸਰਪਲਸ ਦਾ ਮਤਲਬ ਕੀ ਹੈ ਕਿ ਵੀ ਆਰ ਟਾਕਿੰਗ ਅਬਾਊਟ एरियाज बिटवीन 40 डिग्री नॉर्थ एंड 40 डिग्री साउथ। उरे हो की रहा है, उरे हो रहा है इनकमिंग सोलर रेडिएशन ज्यादा है एज कंपेयर टू आउटगोइंग टेरिटोरियल रेडिएशन या फिर लॉन्ग वेव रेडिएशन। सो फोर्थ स्टेटमेंट इन दिस केस इज करेक्ट। सो अपनी जी थर्ड स्टेटमेंट है वो करेक्ट हो चुकी है जी, एंड फर्स्ट स्टेटमेंट करेक्ट हो चुकी है, फोर्थ स्टेटमेंट करेक्ट हो चुकी है। सो इन माय व्यू राइट आंसर इज 1, 3 and 4 on। Next, the atmospheric convection involves horizontal movement of air from high to low pressure। ਇਹ ਆਪਾਂ ਨੂੰ ਪਤਾ ਹੈ ਕਿ ਯਾਰ air moves from high to low pressure, ਇਹਨੂੰ ਆਪਾਂ ਕਹਿੰਦੇ ਹਾਂ pressure gradient force। ਪਰ atmospheric convection ਦੀ ਗੱਲ ਹੋ ਰਹੀ ਹੈ। convection is not this horizontal movement, convection is this movement ਜਿੱਥੇ hotter substance rises up and the one which is colder it sinks down। ਤਾਂ this movement is convection movement। so statement 1 is wrong क्योंकि it talks about horizontal movement। latent heat released during condensation contributes to the atmospheric heat। now this statement is correct। now let's understand latent heat ਕੀ ਹੁੰਦਾ ਹੈ। latent मतलब hidden, latent ਦਾ ਮਤਲਬ ਕੀ ਹੈ ਜੀ, hidden। ਇਹ ਉਹ ਹੀਟ ਹੈ ਜੋ ਇੱਕ ਸਬਸਟੈਂਸ ਦਾ ਫਿਜ਼ੀਕਲ ਨੇਚਰ ਚੇਂਜ ਕਰ ਰਹੀ ਹੈ। ਐਗਜ਼ਾਮਪਲ ਦੇਖੋ, ਲਿਕੁਇਡ ਫਾਰਮ ਦੇ ਵਿੱਚ ਵਾਟਰ ਸੀਗਾ, ਤੁਸੀਂ ਇਹਨੂੰ ਹੀਟ ਕਰਨਾ ਸ਼ੁਰੂ ਕੀਤਾ, ਹੀਟ ਕਰਨਾ ਸ਼ੁਰੂ ਕੀਤਾ, ਹੀਟ ਕਰਨਾ ਸ਼ੁਰੂ ਕੀਤਾ, ਕੀਤਾ ਇਵੈਂਚੁਅਲੀ ਤੁਸੀਂ ਦੇਖ ਰਹੇ ਹੋ ਕਿ ਉਹ ਲਿਕੁਇਡ ਫਾਰਮ ਚ ਨਾ ਰਹਿ ਕੇ ਹੁਣ ਇੱਕ ਪੁਆਇੰਟ ਤੋਂ ਬਾਅਦ ਜਦੋਂ ਬੋਇਲਿੰਗ ਪੁਆਇੰਟ ਆ ਚੁੱਕਿਆ ਉਹ ਪ੍ਰੋਪਰ ਵੇਪਰ ਫਾਰਮ ਚ ਜਾ ਚੁੱਕਿਆ, ਪ੍ਰੋਪਰ ਵੇਪਰ ਫਾਰਮ ਦੇ ਵਿੱਚ ਜਾ ਚੁੱਕਿਆ। ਤੇ ਜਦੋਂ 100 ਡਿਗਰੀ ਦਾ ਬੋਇਲਿੰਗ ਪੁਆਇੰਟ ਆਉਂਦਾ ਹੈ ਉਸ ਟਾਈਮ ਤੇ ਤੁਸੀਂ ਦੇਖਦੇ ਹੋ, ਅਗੇਨ ਸਾਇੰਸ ਦਾ ਥੋੜਾ ਜਿਹਾ ਇਸ ਦੇ ਵਿੱਚ ਬੈਕਗ੍ਰਾਉਂਡ ਆ ਜਾਂਦਾ ਹੈ ਕਿ ਉਦੋਂ ਹੁੰਦਾ ਕੀ ਹੈ, ਉਦੋਂ ਨਾ ਤੁਸੀਂ ਹੀਟ ਵਧਾ ਰਹੇ ਹੋ ਬਟ ਉਹਦੇ ਕੋਰਸਪੋਂਡਿੰਗ ਕੁਝ ਟਾਈਮ ਲਈ ਟੈਂਪਰੇਚਰ ਨਹੀਂ ਵਧ ਰਿਹਾ ਹੈ, ਟੈਂਪਰੇਚਰ ਨਹੀਂ ਵਧ ਰਿਹਾ ਹੈਗਾ। ਤਾਂ ਦੈਟ ਮੀਨਸ ਕਿ ਯਾਰ ਕੁਝ ਤਾਂ ਹੋ ਰਿਹਾ, ਹੀਟ ਕਿਤੇ ਤਾਂ ਜਾ ਰਹੀ ਹੈ। ਹੀਟ ਮੇ ਵੀ ਆਪਣੇ ਆਪ ਨੂੰ ਨਾ ਹਿਡਨ ਫਾਰਮ ਵਿੱਚ ਕਨਵਰਟ ਕਰ ਰਹੀ ਹੈ। ਉਹ ਹਿਡਨ ਫਾਰਮ 'ਚ ਕੀ ਕਰ ਰਹੀ ਹੈ, ਉਹ ਹਿਡਨ ਫਾਰਮ ਦੇ ਵਿੱਚ ਕਰ ਰਹੀ ਹੈ ਲਿਕੁਇਡ ਨੂੰ, ਲਿਕੁਇਡ ਦਾ ਫੇਸ ਚੇਂਜ ਕਰ ਰਹੀ ਹੈ ਇਨ ਦ ਗੈਸ ਪਾਰਟ, ਲਿਕੁਇਡ ਟੂ ਗੈਸ ਪਾਰਟ ਜਾ ਰਹੀ ਹੈ, ਵੇਪਰ ਫਾਰਮ ਜਾ ਰਿਹਾ, ਉਹ ਹੀਟ ਅਬਜ਼ੌਰਬ ਕਰਕੇ ਜਾ ਰਿਹਾ। ਹਿਡਨ ਫਾਰਮ ਦੇ ਵਿੱਚ ਉਹਨੇ ਹੀਟ ਅਬਜ਼ੌਰਬ ਕੀਤੀ ਹੈ, ਦੈਟ ਇਜ਼ ਲੇਟੈਂਟ ਹੀਟ। ਨਾਓ ਲੇਟੈਂਟ ਹੀਟ ਆਫ ਕੰਡੈਂਸੇਸ਼ਨ ਦੀ ਗੱਲ ਕਰ ਰਹੇ ਹਾਂ। ਲੇਟੈਂਟ ਹੀਟ ਆਫ ਕੰਡੈਂਸੇਸ਼ਨ ਮਤਲਬ ਕਿ ਲੈਟਸ ਸੇ ਹੁਣ ਵੇਪਰ ਫਾਰਮ ਦੇ ਵਿੱਚ ਉਹ ਪਾਣੀ ਆ ਚੁੱਕਿਆ, ਇਵੈਂਚੁਅਲੀ ਥੋੜਾ ਥੋੜਾ ਟੈਂਪਰੇਚਰ ਘਟਣਾ ਸ਼ੁਰੂ ਹੋਇਆ, ਹੋਰ ਘਟਿਆ, ਕਲਾਊਡ ਫਾਰਮੇਸ਼ਨ ਹੋਣੀ ਸ਼ੁਰੂ ਹੁੰਦੀ ਹੈ। ਕਲਾਊਡ ਫਾਰਮੇਸ਼ਨ ਉਦੋਂ ਹੋਊਗੀ ਜਦੋਂ ਵੇਪਰ ਫਾਰਮ ਤੋਂ ਦੁਬਾਰਾ ਉਹ ਲਿਕੁਇਡ ਫਾਰਮ ਵਿੱਚ ਜਾਊਗਾ। ਜਦੋਂ ਉਹ ਵੇਪਰ ਫਾਰਮ ਤੋਂ ਦੁਬਾਰਾ ਲਿਕੁਇਡ ਫਾਰਮ 'ਚ ਜਾਊਗਾ, ਜਿਹੜੀ ਹੀਟ ਉਹਨੇ ਪਹਿਲਾਂ ਅਬਜ਼ੌਰਬ ਕੀਤੀ ਸੀਗੀ ਫਰੋਮ ਗੋਇੰਗ ਫਰੋਮ ਲਿਕੁਇਡ ਟੂ ਵੇਪਰ, ਉਹ ਸੀਗੀ ਲੇਟੈਂਟ ਹੀਟ। ਹੁਣ ਵੇਪਰ ਤੋਂ ਦੁਬਾਰਾ ਉਹ ਲਿਕੁਇਡ ਫਾਰਮ 'ਚ ਜਾ ਰਿਹਾ, ਉਰੇ ਉਹਨੇ ਅਬਜ਼ੌਰਬ ਕੀਤੀ ਸੀ, ਉਰੇ ਉਹ ਰਿਲੀਜ਼ ਕਰੂਗਾ। ਜੇ ਰਿਲੀਜ਼ ਕਰੂਗਾ ਹੀਟ ਨੂੰ ਤਾਂ ਕਿਵੇਂ ਕਹਿ ਸਕਦਾ ਕਿ ਟੈਂਪਰੇਚਰ ਵਧੂਗਾ? The answer is yes, latent heat released during condensation contributes to atmospheric heating। The answer is yes। then the albedo effect is strongest in densest areas due to high reflectivity। एल्बिडो इफेक्ट ना समझते हैं। एल्बिडो इफेक्ट सिंपल जी गल है कि कोई एक लेट्स से सब्सटेंस ਉਹਦਾ ਇੱਕ ਉਹਦੀ ਪ੍ਰੋਪਰਟੀ ਹੋਣ ਵਾਲੀ ਪ੍ਰੋਪਰਟੀ ਕੀ ਹੈ ਕਿ ਉਹ ਕਿਸੇ ਚੀਜ਼ ਨੂੰ, ਇਸ ਲਾਈਟ ਕੀ ਚੀਜ਼ ਵੀ ਛੱਡੋ, ਉਹ ਲਾਈਟ ਨੂੰ ਕਿੰਨਾ ਰਿਫਲੈਕਟ ਕਰ ਰਿਹਾ ਤੇ ਕਿੰਨਾ ਅਬਜ਼ੌਰਬ ਕਰ ਪਾ ਰਿਹਾ। ਅਲਬੀਡੋ ਇਫੈਕਟ ਦੀ ਤਾਂ ਆਪਾਂ ਗੱਲ ਕਰਦੇ ਆਪਾਂ ਦੇਖਦੇ ਹਾਂ ਕਿ ਉਹਦੀ ਪ੍ਰੋਪਰਟੀ ਹੈ ਟੂ ਰਿਫਲੈਕਟ ਦੈਟ ਥਿੰਗ ਬੈਕ, ਟੂ ਰਿਫਲੈਕਟ ਲਾਈਟ ਬੈਕ, ਰਾਈਟ। ਤਾਂ ਹੁਣ ਵਾਈਟ ਕਲਰ ਜਿਹੜਾ ਹੁੰਦਾ, ਵਾਈਟ ਜਿਹੜਾ ਕਲਰ ਹੁੰਦਾ ਉਹਦੀ ਨੈਚੁਰਲ ਪ੍ਰੋਪਰਟੀ ਹੈ ਟੂ ਰਿਫਲੈਕਟ ਲਾਈਟ ਬੈਕ, ਰਿਫਲੈਕਟ ਲਾਈਟ ਬੈਕ। डार्क कलर ਜਿਹੜੇ ਹੁੰਨੇ ਆ they absorb light, heavy colors। एग्जांपल मेरी डार्क कलर्स ਦੀ ਸ਼ਰਟ ਹੈ, ਰਾਈਟ, ਐਂਡ ਸਡਨਲੀ ਕਿਉਂਕਿ ਲਾਈਟ ਇੰਨੀ ਜ਼ਿਆਦਾ ਪੈ ਰਹੀ ਹੈ ਤੇ ਆਈ ਐਮ ਫੀਲਿੰਗ ਹੌਟ, ਟੈਂਪਰੇਚਰ ਮੇਰਾ ਵੱਧਦਾ ਜਾ ਰਿਹਾ ਉਹਦੇ ਕਰਕੇ।
ਕਿਉਂਕਿ ਇਹ ਰਿਫਲੈਕਟ ਨਹੀਂ ਕਰ ਰਹੀ, ਅਬਜ਼ੌਰਬ ਕਰ ਰਹੀ ਹੈ। ਤਾਂ ਇਹਦਾ ਜਿਹੜਾ ਐਲਬੀਡੋ ਪਾਰਟ ਹੈ, ਐਲਬੀਡੋ ਦਾ ਘੱਟ ਹੈ। ਔਨ ਦੀ ਅਦਰ ਹੈਂਡ ਜੇ ਇਹ ਵਾਈਟ ਸ਼ਰਟ ਹੁੰਦੀ ਤਾਂ ਇਹਦਾ ਐਲਬੀਡੋ ਜ਼ਿਆਦਾ ਹੋਣਾ ਸੀਗਾ। ਆਫ ਕੋਰਸ ਫੈਬਰਿਕ ਤੇ ਵੀ ਡਿਪੈਂਡ ਕਰਦਾ, ਬਟ ਆਪਾਂ ਸਿਰਫ ਹੁਣ ਇੰਨਾ ਸਮਝ ਲੈਂਦੇ ਹਾਂ ਕਿ ਐਲਬੀਡੋ ਕਿਸੇ ਚੀਜ਼ ਨਾਲ ਲਿੰਕ ਹੋ ਰਿਹਾ। ਐਲਬੀਡੋ ਕੀ ਦੱਸ ਰਿਹਾ ਉਹਨੂੰ? ਐਲਬੀਡੋ ਦੱਸ ਰਿਹਾ ਕਿ ਕਿੰਨਾ ਉਹ ਰਿਫਲੈਕਟ ਬੈਕ ਕਰ ਸਕਦੀ ਹੈ ਇਨਕਮਿੰਗ ਲਾਈਟ। ਸੋ ਐਲਬੀਡੋ ਇਫੈਕਟ ਕਹਿੰਦੇ ਸਟਰੋਂਗੈਸਟ ਹੈ ਡੈਂਸੈਸਟ ਫੋਰੈਸਟ ਦੇ ਵਿੱਚ। the answer is no। ਐਲਬੀਡੋ ਤੁਹਾਨੂੰ ਸਟਰੋਂਗੈਸਟ ਕਿੱਥੇ ਮਿਲੂਗਾ? ਜੇ ਸਰਫੇਸ ਦੀ ਗੱਲ ਕਰਦੇ ਹਾਂ ਪਰ ਤੇ ਤੁਹਾਨੂੰ ਗਲੇਸ਼ੀਅਰਸ ਵਿੱਚ ਮਿਲੂਗਾ। ਗਲੇਸ਼ੀਅਰਸ ਤੇ ਜਿੱਥੇ ਸਨੋ ਹੈ, ਸਨੋ ਦਾ ਐਲਬੀਡੋ ਹਾਈਐਸਟ ਹੁੰਦਾ ਜੀ। ਸਨੋ ਇਨਕਮਿੰਗ ਸੋਲਰ ਰੇਡੀਏਸ਼ਨ ਨੂੰ ਰਿਫਲੈਕਟ ਕਰਦੀ ਜਾਂਦੀ, ਰਿਫਲੈਕਟ ਕਰਦੀ ਜਾਂਦੀ। ਤਾਂ ਹੀ ਤੁਸੀਂ ਪੜਿਆ ਹੋਗਾ ਆਰਕਟਿਕ ਐਂਪਲੀਫਿਕੇਸ਼ਨ ਬਾਰੇ ਕਿ ਯਾਰ ਹੁਣ ਤਾਂ ਦੇਖੋ ਹੋ ਕੀ ਰਿਹਾ। ਹਲੇ ਤਾਂ ਆਰਕਟਿਕ ਏਰੀਆ ਦੇ ਵਿੱਚ ਜਾਂ ਫਿਰ ਐਂਟਾਰਕਟਿਕ ਏਰੀਆ ਦੇ ਵਿੱਚ ਕੀ ਹੈ, ਬਹੁਤ ਸਾਰਾ ਸਨੋ ਕਵਰ ਹੈ। ਤਾਂ ਜਿਹੜੀ ਉੱਥੇ ਇਨਕਮਿੰਗ ਸੋਲਰ ਰੇਡੀਏਸ਼ਨ ਆ ਰਹੀ ਹੈ ਉਹਨੂੰ ਅਬਜ਼ੌਰਬ ਨਹੀਂ ਕਰ ਰਹੇ। ਜਦ ਤੱਕ ਅਬਜ਼ੌਰਬ ਨਹੀਂ ਹੋਗਾ ਟੈਂਪਰੇਚਰ ਨਹੀਂ ਵਧੂਗਾ, ਉਹਨੂੰ ਰਿਫਲੈਕਟ ਹੀ ਕਰਦੇ ਜਾ ਰਹੇ ਹੋ। ਪਰ ਹੌਲੀ ਹੌਲੀ ਗਲੋਬਲੀ ਟੈਂਪਰੇਚਰ ਵੱਧਦਾ ਜਾ ਰਿਹਾ। ਉਹਦੇ ਕਰਕੇ ਕੀ ਹੋਣਾ? ਉਹਦੇ ਕਰਕੇ ਜਿਹੜੀ ਉੱਥੇ ਸਨੋ ਹੈ ਉਹ ਮੈਲਟ ਹੋਣੀ ਸ਼ੁਰੂ ਹੋ ਜੂਗੀ। ਜਦੋਂ ਉਹ ਮੈਲਟ ਹੋਗੀ ਤਾਂ ਉੱਥੋਂ ਡਿਸਅਪੀਅਰ ਹੋਗੀ, ਤਾਂ ਉਹੀ ਚੀਜ਼ ਜਿਹੜੀ ਹੁਣ ਰਿਫਲੈਕਟ ਹੋ ਰਹੀ ਸੀਗੀ ਉੱਥੇ ਅਬਜ਼ੌਰਬ ਹੋਣਾ ਸ਼ੁਰੂ ਹੋ ਜੂਗੀ। ਤਾਂ ਉਹ ਜਿਹੜਾ ਟੈਂਪਰੇਚਰ ਹੈ ਉਹਨੂੰ ਬਹੁਤ ਜ਼ਿਆਦਾ ਮਲਟੀਪਲਾਈ ਕਰ ਸਕਦੀ ਹੈ। ਤਾਂ ਉਹਨੂੰ ਆਪਾਂ ਕਹਿੰਦੇ ਹਾਂ ਪੋਲਰ ਮਲਟੀਪਲੀਕੇਸ਼ਨ ਜਾਂ ਪੋਲਰ ਐਂਪਲੀਫਿਕੇਸ਼ਨ। ਆ ਸਾਰੀ ਟਰਮ ਤੁਸੀਂ ਨਿਊਜ਼ ਦੇ ਵਿੱਚ ਸੁਣੀ ਹੋਣੀ। So the third statement is incorrect in this case. So second statement is correct, right? So how many of the above statements are incorrect? ਇਹਦੇ ਵਿੱਚ ਆਪਣਾ ਆਨਸਰ ਆ ਜਾਊਗਾ right B। ਕਿਉਂ? ਕਿਉਂਕਿ ਪਹਿਲਾ incorrect ਹੈ and third is also incorrect. Next, isotherms are lines connecting places with equal rainfall. No, isotherms are lines connecting places with equal temperature. ਫਿਰ ਸੈਕੰਡ ਸਟੇਟਮੈਂਟ ਨਾਰਮਲ ਲੈਪਸ ਰੇਟ, ਕੱਲ ਵੀ ਆਪਾਂ ਥੋੜਾ ਜਿਹੀ ਗੱਲ ਕੀਤੀ ਸੀਗੀ, refers to decrease of 6.5 degree for every 1 kilometer increase in the elevation। the answer is yes। ਨਾਰਮਲ ਲੈਪਸ ਰੇਟ ਹੈ ਜੀ, ਜਿਵੇਂ ਜਿਵੇਂ ਆਪਾਂ ਉੱਤੇ ਜਾਈ ਜਾ ਰਹੇ ਹਾਂ ਟੈਂਪਰੇਚਰ ਘਟਦਾ ਜਾ ਰਿਹਾ ਤਾਂ ਉਹਦਾ ਇੱਕ ਰਿਲੇਸ਼ਨ ਹੈ ਵਿਦ distance। In July, isotherms run mostly parallel to latitudes in the both hemisphere। Now this is important, this is a very important statement। ਜੇ ਮੈਂ ਜਨਵਰੀ ਦੀ ਗੱਲ ਕਰੂੰਗਾ ਤਾਂ ਇਹਦੀ ਸਿਚੁਏਸ਼ਨ ਅਲੱਗ ਹੋ ਜਾਊਗੀ, ਜੁਲਾਈ ਦੇ ਵਿੱਚ ਇਹਦੀ ਸਿਚੁਏਸ਼ਨ ਅਲੱਗ ਹੁੰਦੀ ਹੈ। ਜਨਵਰੀ ਦੇ ਵਿੱਚ ਕੀ ਹੁੰਦਾ? ਜਨਵਰੀ ਦੇ ਵਿੱਚ ਮੈਂ ਡਿਸਕਸ ਕਰ ਰਿਹਾ ਤਾਂ ਉਹਦੇ ਨਾਲ ਤੁਹਾਨੂੰ ਜੁਲਾਈ ਕਲੀਅਰ ਹੋ ਜਾਊਗਾ। ਜਨਵਰੀ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਆਈਸੋਥਰਮ ਹੁੰਦੇ ਆ ਨਾ ਓਵਰ ਓਸ਼ੀਅਨਸ ਕੁਝ ਇਸ ਤਰੀਕੇ ਨਾਲ ਟੂਵਰਡਸ ਨਾਰਥ ਜਾਂਦੇ ਆ ਐਂਡ ਦੇ ਮੂਵ ਟੂਵਰਡਸ ਸਾਊਥ ਓਵਰ ਕੰਟੀਨੈਂਟਸ। ਆਈਸੋਥਰਮਸ ਆਰ ਲਾਈਨਸ ਕਨੈਕਟਿੰਗ ਪਲੇਸਿਸ ਵਿਦ ਇਕੁਅਲ ਟੈਂਪਰੇਚਰ। ਤਾਂ ਓਸ਼ੀਅਨ ਦੇ ਕੇਸ ਵਿੱਚ ਜਨਵਰੀ ਦੇ ਮਹੀਨੇ ਵਿੱਚ ਇਹ ਦੇਖਣ ਨੂੰ ਮਿਲਦਾ ਹੈ, ਸਪੈਸ਼ਲੀ ਨਦਰਨ ਹੈਮਿਸਫੀਅਰ ਦੀ ਗੱਲ ਕਰ ਰਹੇ ਜਿੱਥੇ ਲੈਂਡ ਤੇ ਮਾਸ ਦਾ ਬਹੁਤ ਜ਼ਿਆਦਾ ਲੈਂਡ ਤੇ ਵਾਟਰ ਦਾ ਡਿਸਟ੍ਰੀਬਿਊਸ਼ਨ ਅਨਇਕੁਅਲ ਹੈ। ਸੋ ਉੱਥੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਉਰੇ ਓਸ਼ੀਅਨਸ ਦੇ ਕੇਸ ਵਿੱਚ ਆਹ ਆਈਸੋਥਰਮ ਦੇ ਮੂਵ ਟੂਵਰਡਸ ਦੀ ਨਾਰਥ ਐਂਡ ਦੇ ਮੂਵ ਟੂਵਰਡਸ ਦੀ ਸਾਊਥ ਔਨ ਕੰਟੀਨੈਂਟਸ ਵਾਲਾ ਪਾਰਟ। ਹੁਣ ਇਹ ਕੀ ਦਿਖਾ ਰਿਹਾ ਆਈਸੋਥਰਮ? ਇਹ ਆਈਸੋਥਰਮ ਦਿਖਾ ਰਿਹਾ ਕਿ ਲੈਟਸ ਸੇ ਜੇ 0 ਡਿਗਰੀ ਟੈਂਪਰੇਚਰ ਉਰੇ ਹੋਣਾ ਸੀਗਾ ਤਾਂ ਉਰੇ ਵੀ 0 ਡਿਗਰੀ ਹੀ ਦਿਖਾ ਰਿਹਾ ਹੈ। ਜਦ ਕਿ ਲੈਟੀਟਿਊਡਲੀ ਸਪੀਕਿੰਗ, ਲੈਟੀਟਿਊਡ ਦੇ ਪਰਸਪੈਕਟਿਵ ਨਾਲ ਮੈਂ ਗੱਲ ਕਰਾਂ ਤਾਂ ਉਰੇ 0 ਡਿਗਰੀ ਨਹੀਂ ਹੋਣਾ ਚਾਹੀਦਾ ਸੀਗਾ, ਉਰੇ ਲੈਟਸ ਸੇ -10 ਡਿਗਰੀ ਹੋਣਾ ਸੀਗਾ ਕਿਉਂਕਿ ਸਰਦੀਆਂ ਦਾ ਮਹੀਨਾ ਜੀ, ਨਦਰਨ ਹੈਮਿਸਫੀਅਰ ਦੀ ਗੱਲ ਆਪਾਂ ਕਰ ਰਹੇ ਹਾਂ। ਉਰੇ ਇਹ ਪੋਸੀਬਲ ਤਾਂ ਹੋ ਪਾ ਰਿਹਾ ਕਿਉਂਕਿ ਉਰੇ ਨਾ ਇੱਕ ਤਾਂ ਤੁਹਾਨੂੰ ਪ੍ਰੋਪਰਟੀ ਯਾਦ ਰੱਖਣੀ ਹੈ ਸਪੈਸੀਫਿਕ ਹੀਟ ਆਫ ਵਾਟਰ, ਕਿ ਵਾਟਰ ਬਹੁਤ ਆਰਾਮ ਨਾਲ ਬਹੁਤ ਦੇਰ ਲਾ ਕੇ ਗਰਮ ਹੁੰਦਾ, ਬਹੁਤ ਦੇਰ ਲਾ ਕੇ ਠੰਡਾ ਹੁੰਦਾ ਐਜ਼ ਕੰਪੇਅਰ ਟੂ ਲੈਂਡ। ਲੈਂਡ ਬਹੁਤ ਜਲਦੀ ਹੀਟ ਅਪ ਹੋ ਜਾਂਦੀ ਹੈ, ਬਹੁਤ ਜਲਦੀ ਠੰਡੀ ਹੋ ਜਾਂਦੀ, ਵਾਟਰ ਨਹੀਂ ਹੋ ਪਾਉਂਦਾ, ਵਾਟਰ ਦੀ ਮਿਕਸਿੰਗ ਵੀ ਹੁੰਦੀ ਰਹਿੰਦੀ। ਦੂਜੀ ਜਿਹੜੀ ਗੱਲ ਉਰੇ ਹੈਗੀ ਹੈ ਕਿ ਉਰੇ ਨਾ ਇੱਕ ਵਾਰਮ ਕਰੰਟ ਆਪਰੇਟ ਕਰਦਾ ਹੈ। ਵਾਰਮ ਕਰੰਟ ਆਪਰੇਟ ਕਰਦਾ, ਉਹਦਾ ਕੀ ਨਾਮ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਰਾਈਟ ਸਪੈਸੀਫਿਕਲੀ। ਤੇ ਉਰੇ ਉਹ ਇੱਕ ਵਾਰਮ ਕਰੰਟ ਆਪਰੇਟ ਕਰ ਰਿਹਾ ਹੁੰਦਾ ਜੋ ਇੱਕ ਇੱਥੋਂ ਬ੍ਰਾਂਚ ਤੋਂ ਡ੍ਰਿਫਟ ਹੋ ਕੇ ਜਾ ਰਿਹਾ ਹੁੰਦਾ ਰਾਈਟ। ਸੋ ਉਹ ਵਾਰਮ ਕਰੰਟ ਹੈ, ਉਹ ਆਫ ਦਾ ਕੋਸਟ ਆਫ ਮੈਕਸੀਕੋ ਹੁੰਦਾ ਹੋਇਆ ਜਾਂਦਾ ਹੈ ਤੇ ਫਿਰ ਦੋ ਪਾਰਟਸ ਡਿਵਾਈਡ ਹੋ ਜਾਂਦੇ, then it approaches the Atlantic Ocean also। So ਉਹ ਵਾਰਮ ਕਰੰਟ ਹੈ which is taking water away from equator towards the poles, ਉਹ ਟੈਂਪਰੇਚਰ ਥੋੜਾ ਜਿਹਾ ਉਹਦੇ ਵਧਾ ਦਿੰਦਾ। ਇਹ ਸਾਰਾ ਕੇਸ ਹੋ ਰਿਹਾ ਜੀ ਜਨਵਰੀ ਦਾ, ਜਿਹਦੇ ਵਿੱਚ ਇਹ ਯੂਪੀਐਸਸੀ ਨੇ ਦੋ ਵਾਰ 2022 ਦੇ ਵਿੱਚ ਜਾਂ 23 ਦੇ ਵਿੱਚ ਇਨਫੈਕਟ ਜਾਂ 2024 ਦੇ ਵਿੱਚ, ਇਹਨਾਂ ਦੋਵਾਂ ਸਾਲਾਂ ਦੇ ਵਿੱਚ ਉਹਨਾਂ ਨੇ ਡਿਟੋ ਕੁਐਸਚਨ ਇਸ ਤੇ ਪੁੱਛਿਆ, ਦੋ ਵਾਰ ਸੇਮ ਸਟੇਟਮੈਂਟ ਤੇ ਕੁਐਸਚਨ ਆ ਚੁੱਕਿਆ। ਹੁਣ ਇਹਦੇ ਆਪਾਂ ਕੇਸ ਕਵਰ ਕੀਤਾ ਹੈ ਵਿਦ ਰਿਸਪੈਕਟ ਟੂ ਜਨਵਰੀ। ਜੁਲਾਈ ਦੇ ਵਿੱਚ ਕੀ ਹੁੰਦਾ? ਜੁਲਾਈ ਦੇ ਵਿੱਚ ਤੁਸੀਂ ਦੇਖੋਗੇ ਗਰਮੀਆਂ ਜਿਹੜੀ ਹੈਗੀਆਂ ਉਹ ਨਦਰਨ ਹੈਮਿਸਫੀਅਰ ਚ ਆ ਚੁੱਕੀਆਂ ਹੁੰਦੀਆਂ ਐਂਡ ਸਰਦੀਆਂ ਕਿੱਥੇ ਆ ਚੁੱਕੀਆਂ? ਸਦਰਨ ਹੈਮਿਸਫੀਅਰ। ਸਦਰਨ ਹੈਮਿਸਫੀਅਰ ਦੇ ਵਿੱਚ ਜਿਹੜਾ ਜ਼ਿਆਦਾ ਡਿਸਟ੍ਰੀਬਿਊਸ਼ਨ ਹੈਗਾ ਉਹ ਵਾਟਰ ਦਾ ਡਿਸਟ੍ਰੀਬਿਊਸ਼ਨ ਹੈ, ਲੈਂਡ ਡਿਸਟ੍ਰੀਬਿਊਸ਼ਨ ਉਹਨੀ ਜ਼ਿਆਦਾ ਨਹੀਂ ਹੈਗੀ ਰਾਈਟ। ਐਂਡ ਟੈਂਪਰੇਚਰ ਕਿਉਂਕਿ ਹੁਣ ਉਰੇ ਵੀ ਨਾਰਮਲੀ ਚੱਲ ਰਿਹਾ, ਤਾਂ ਹੁਣ ਕੀ ਹੁੰਦਾ ਦੇਖਣ ਨੂੰ ਆਪਾਂ ਨੂੰ ਆਹ ਜਿਹੜਾ ਫਿਨੋਮੀਨਾ ਆਪਾਂ ਨੂੰ ਜਨਵਰੀ ਦੇ ਵਿੱਚ ਦੇਖਣ ਨੂੰ ਮਿਲਦਾ
ਉਹ ਨਹੀਂ ਦੇਖਣ ਨੂੰ ਮਿਲਦਾ, ਜਿਹੜੀ ਨਾਰਮਲ ਹੀ ਇੱਕ ਲਗਭਗ ਪੈਰਲਲ ਹੀ ਡਿਸਟ੍ਰੀਬਿਊਸ਼ਨ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਬੋਥ ਹੈਮਿਸਫੇਅਰ ਦੇ ਵਿੱਚ। ਆਇਡੈਂਟੀਕਲ ਨਹੀਂ ਹੁੰਦੀ ਲੇਕਿਨ ਲਗਭਗ ਪੈਰਲਲ ਹੀ ਹੁੰਦੀ ਹੈ। ਸੋ ਦਿਸ ਸਟੇਟਮੈਂਟ ਇਜ਼ correct. Next, inversion of temperature refers to a situation where temperature increases with height instead of decreasing. This is also correct. कल आपका stratosphere ਦੀ ਗੱਲ ਕੀਤੀ ਸੀ। So in this case, we have three options which are correct. C is the right answer. Next, subtropical high pressure belts are zones of low precipitation. All right. ਹੁਣੇ ਆਪਾਂ atmospheric pressure belts ਦੀ ਗੱਲ ਕਰਾਂਗੇ, permanent wind system ਦੀ ਗੱਲ ਕਰਾਂਗੇ, ਉਸ ਤੇ ਆ ਚੁੱਕੇ ਆਪਾਂ। So subtropical high pressure belt, ਹਾਂਜੀ, are zone of low precipitation. The answer is yes. ਆਪਾਂ ਜੇ ਇੱਕ ਰਫ ਸਕੈਚ ਬਣਾ ਲਈਏ ਉਰੇ, over here we have equatorial low pressure region, ਯਾਨੀ ਕਿ ਇਹ ਇਕੁਏਟੋਰੀਅਲ ਲੋ ਪ੍ਰੈਸ਼ਰ ਰੀਜਨ ਕਿਉਂ ਬਣਿਆ, ਕਿਉਂਕਿ ਉਰੇ ਹੀਟਿੰਗ ਬਹੁਤ ਜ਼ਿਆਦਾ ਹੋ ਰਹੀ ਹੈ, ਉਹਦੇ ਕਰਕੇ ਜਿਹੜੀ 에ਅਰ ਹੈ ਇਟ ਇਜ਼ ਰਾਈਜ਼ਿੰਗ ਅਪ, ਇਫ ਇਟ ਇਜ਼ ਰਾਈਜ਼ਿੰਗ ਅਪ ਤਾਂ ਉਰੇ ਲੋ ਪ੍ਰੈਸ਼ਰ ਬਣ ਰਿਹਾ ਥੱਲੇ, ਤਾਂ ਇਕੁਏਟੋਰੀਅਲ ਲੋ ਪ੍ਰੈਸ਼ਰ ਰੀਜਨ। ਹੁਣ ਉਹ ਹਮੇਸ਼ਾ ਤਾਂ ਰਾਈਜ਼ ਨਹੀਂ ਕਰ ਸਕਦੀ, ਇਵੈਂਚੁਅਲੀ ਇਟ ਵਿਲ ਸਿੰਕ ਡਾਊਨ, ਇਟ ਇਜ਼ ਸਿੰਕਿੰਗ ਓਵਰ ਹੇਅਰ, this part, this is subtropical high pressure zone। ਉਸ ਤੋਂ ਬਾਅਦ ਇਹ ਦੁਬਾਰਾ ਸਰਕੂਲੇਸ਼ਨ ਚੱਲ ਰਹੀ ਹੈ in this form, this part, this is Hadley cell, and these winds ਜੋ ਇਧਰੋਂ ਆ ਰਹੀ ਹੈ ਸਬ ਟ੍ਰੋਪੀਕਲ ਹਾਈ ਪ੍ਰੈਸ਼ਰ ਤੋਂ ਟੁਵਰਡਸ ਇਕੁਏਟੋਰੀਅਲ ਲੋ ਪ੍ਰੈਸ਼ਰ ਆ ਰਹੀ ਹੈ ਜਿਹੜੀਆਂ, ਉਹ ਕਿਹੜੀ ਵਿੰਡਸ ਹੈ, ਉਹ ਹੈਗੀਆਂ ਜੀ ਈਸਟਰਲੀਜ਼ ਜਾਂ ਫਿਰ ਟ੍ਰੇਡ ਵਿੰਡਸ। So subtropical high pressure belts are zone of low precipitation. The answer is yes. Precipitation ਉੱਥੇ ਹੋਊਗੀ ਜਿੱਥੇ ਕਨਵੈਕਸ਼ਨ ਹੋ ਰਹੀ ਹੈ, ਕਨਵੈਕਸ਼ਨ ਹੋ ਰਹੀ ਹੈ, ਜਿੱਥੇ ਕਨਵੈਕਸ਼ਨ ਹੋ ਰਹੀ ਹੈ, ਜਿੱਥੇ ਸਿੰਕ ਕਰ ਰਹੀ ਹੈ ਚੀਜ਼ ਉੱਥੇ precipitation ਨਹੀਂ ਹੋ ਸਕਦੀ। So subtropical high pressure belts are zone of low precipitation. The answer is yes. Westerlies originate from polar highs. ਹੁਣ ਹਾਈ ਪ੍ਰੈਸ਼ਰ ਬਣਿਆ ਹੋਇਆ ਹੈ ਜੀ ਉਰੇ ਵੀ ਤੇ ਉਰੇ ਵੀ, ਕਿਉਂ? ਕਿਉਂਕਿ ਉਰੇ ਜਿਹੜਾ ਟੈਂਪਰੇਚਰ ਹੈ ਬਹੁਤ ਜ਼ਿਆਦਾ, ਬਹੁਤ ਘੱਟ, ਇਨਫੈਕਟ ਬਹੁਤ ਘੱਟ ਹੈ, ਤੇ ਉਰੇ ਡੈਂਸਿਟੀ ਹਵਾ ਦੀ ਜ਼ਿਆਦਾ ਹੋਣ ਵਾਲੀ, ਤਾਂ ਉਰੇ ਹਾਈ ਪ੍ਰੈਸ਼ਰ ਬਣਨ ਵਾਲਾ ਜੀ, ਤੇ ਇੱਥੋਂ ਜਿਹੜੀ ਹਵਾ ਜਾ ਰਹੀ ਹੈ ਅੰਡਰ ਦ ਇਨਫਲੂਐਂਸ ਆਫ ਕੋਰੀਓਲਿਸ ਇਫੈਕਟ ਨਰਦਰਨ ਹੈਮਿਸਫੇਅਰ ਦੇ ਵਿੱਚ ਟੂਵਰਡਸ ਰਾਈਟ ਮੂਵ ਕਰੂਗੀ, ਐਂਡ ਸਿਮਿਲਰਲੀ ਸਦਰਨ ਹੈਮਿਸਫੇਅਰ ਦੇ ਵਿੱਚ ਟੂਵਰਡਸ ਲੈਫਟ ਮੂਵ ਕਰੂਗੀ। ਤਾਂ ਲੈਟਸ ਸੇ ਇਫ ਇਟ ਇਜ਼ ਮੂਵਿੰਗ ਟੂਵਰਡਸ ਦ ਲੋ ਪ੍ਰੈਸ਼ਰ ਰੀਜਨ ਓਵਰ ਹੇਅਰ, ਉਹ ਟੂਵਰਡਸ ਰਾਈਟ ਬੈਂਡ ਕਰਨਾ ਸ਼ੁਰੂ ਕਰ, ਟੂਵਰਡਸ ਰਾਈਟ ਐਂਡ ਓਵਰ ਹੇਅਰ ਟੂਵਰਡਸ ਲੈਫਟ। ਤਾਂ ਐ ਲੱਗ ਰਿਹਾ ਕਿ ਇਟ ਇਜ਼ ਕਮਿੰਗ ਫਰੋਮ ਦ ਈਸਟ ਡਾਇਰੈਕਸ਼ਨ। So the easterlies originate from polar highs, not westerlies. This is incorrect. Subpolar low pressure belts are thermally induced. ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ subpolar low pressure region ਦੇ ਬਾਰੇ, ਜਿੱਥੋਂ ਕੀ ਹੋ ਰਿਹਾ। ਅਗੇਨ ਮੈਂ ਥੋੜਾ ਜਿਹਾ ਦੁਬਾਰਾ ਡਾਇਗਰਾਮ ਬਣਾਉਣਾ ਹੈ। ਆਹ ਜਿਹੜਾ ਪੋਲਰ ਹਾਈ ਹੈ ਇੱਥੋਂ ਵਿੰਡਸ ਆ ਰਹੀਆਂ, ਦੇ ਆਰ ਮੂਵਿੰਗ ਟੂਵਰਡਸ ਦਿਸ ਇਕੁਏਟਰ ਵਾਲਾ ਪਾਰਟ ਜੋ ਕਿ ਲੋ ਪ੍ਰੈਸ਼ਰ ਰੀਜਨ, ਤੇ ਇੱਥੇ ਇੱਕ ਆਪਾਂ ਪਹਿਲਾਂ ਗੱਲ ਕਰਤੀ ਸਬ ਟ੍ਰੋਪੀਕਲ ਹਾਈ ਪ੍ਰੈਸ਼ਰ ਜ਼ੋਨ ਦੇ ਬਾਰੇ ਚ, ਇੱਥੇ ਹਵਾ ਸਿੰਕ ਕਰ ਰਹੀ ਹੈ, a part of is moving towards equator, then a part is drifting towards this side, ਆਹ ਹੈਗੀਆਂ ਵੈਸਟਰਲੀਜ਼। ਤਾਂ ਜਿੱਥੇ ਪੋਲਰ ਈਸਟਲੀਜ਼ ਤੇ ਇਹ ਸਬ ਟ੍ਰੋਪੀਕਲ ਵੈਸਟਰਲੀਜ਼ ਮਿਲਦੀਆਂ ਉਹ ਇੱਕ ਲੋ ਪ੍ਰੈਸ਼ਰ ਰੀਜਨ ਬਣ ਜਾਂਦਾ, ਉੱਥੇ ਫਰੰਟਸ ਬਣਦੇ ਆ, ਸਬ ਪੋਲਰ low pressure belt bਣ ਗਈ, and it is thermally induced. No, it is not thermally induced, it is rather dynamically induced. थर्मली मतलब टेम्परेचर करके बढ़ रही है, टेम्परेचर करके केड़ी बन रही है, पोलर हाई बन रही है, इक्वेटोरियल लो बन रही है, दैट इज बिकॉज ऑफ टेम्परेचर। बट सब ट्रॉपिकल हाई प्रेशर जोन क्यों बन रहा है, बिकॉज ऑफ डिसेंडिंग एयर, डिसेंड कर रही है हवा, और डायनामिक प्रोसेस है। सिमिलरली सब पोलर लो प्रेशर जोन क्यों बन रहा है, क्योंकि उरे फ्रंट फॉर्मेशन हो रहा है, फ्रंट्स बन रहे हैं, हॉटर एयर फ्रॉम दिस साइड एंड कोल्डर एयर फ्रॉम दिस साइड, तो उरे ये डायनामिकल इंड्यूस बनता है। देन पोलर हाइस आर फॉर्म्ड ड्यू टू डिसेंडिंग कोल्ड एयर। The answer is yes, क्योंकि उत्थे टेम्परेचर होना है ही नहीं, air is heavy and it descends down. So we have 1 and 4 is the right answer in this case. We have 2 incorrect statements. The answer is B. Next, consider the following pairs. Pressure belts ਦੀ ਗੱਲ ਹੋ ਰਹੀ ਹੈ ਵੀਰੇ, and then we have the corresponding anticyclonic subsidence। ਹਾਂਜੀ, ਜਦੋਂ ਆਪਾਂ ਗੱਲ ਕਰਦੇ ਹਾਂ ਰਾਈਜ਼ ਹੋਣ ਦੀ, ਰਾਈਜ਼ਿੰਗ ਦੀ ਗੱਲ ਕਰਦੇ ਤਾਂ ਆਪਾਂ ਉਹਨੂੰ ਕਹਿੰਦੇ ਕਿ ਸਾਈਕਲੋਨਿਕ ਇੱਕ ਪੂਰੇ ਪਾਰਟ ਦੇਖਣ ਨੂੰ ਮਿਲ ਰਿਹਾ, ਕਿਉਂ? ਕਿਉਂਕਿ ਅੰਡਰ ਦਾ ਇਨਫਲੂਐਂਸ ਆਫ ਕੋਰੀਓਲਿਸ ਇਫੈਕਟ ਉਹ ਰੋਟੇਟ ਕਰਦਾ ਕੁਝ ਇਸ ਤਰੀਕੇ ਨਾਲ, ਸਾਈਕਲੋਨਿਕ। ਬਟ ਔਨ ਦੀ ਅਦਰ ਹੈਂਡ ਜਦੋਂ ਡਿਸੈਂਡ ਕਰ ਰਿਹਾ ਆਪਾਂ ਉਹਨੂੰ ਕਹਿੰਦੇ ਆ ਐਂਟੀ ਸਾਈਕਲੋਨਿਕ ਪਾਰਟ, ਐਂਟੀ ਸਾਈਕਲੋਨਿਕ ਸਬਸਿਡੈਂਸ। ਸਬ ਟ੍ਰੋਪੀਕਲ ਹਾਈ ਹਵਾ ਸਿੰਕ ਕਰ ਰਹੀ ਹੈ, ਦੈਟਸ ਵਾਈ ਐਂਟੀ ਸਾਈਕਲੋਨਿਕ ਇਨ ਨੇਚਰ। then equatorial low pressure ਦੀ ਗੱਲ ਕਰਦੇ ਆਪਾਂ, equatorial low convection and high rainfall। the answer is yes।
Polar high, source of cold dry winds. The answer is yes. Subpolar low, convergence of again cyclonic convergence zone. The answer is yes. Low pressure zone है जी. दो fronts बन रहे हैं हमारे. We have colder air mass and we have warmer air mass. उन्होंने front बन रहे हैं. उन्होंने front बन रहे हैं and we have a cyclonic convergence over here. The answer is yes. ਫਿਰ ਡੋਲ ਡਰਮਸ ਦੀ ਗੱਲ ਕੀਤੀ ਔਰ ਹਾਈ ਵਿੰਡ ਵੈਲੋਸਿਟੀ ਔਰ ਹਾਈ ਵਿੰਡ ਵੈਲੋਸਿਟੀ ਨਹੀਂ ਹੁੰਦੀ ਤਾਂ ਹੀ ਇਹਨੂੰ ਡੋਲ ਡਰਮ ਕਹਿੰਦੇ ਆਪਾਂ ਠੀਕ ਹੈ ਉਰੇ ਬਿਲਕੁਲ ਕਾਮ ਵਿੰਡ ਸੁਣਨੀ ਹੈ ਜੀ ਇਟ ਇਜ਼ ਵੈਰੀ ਡਿਫਿਕਲਟ ਟੂ ਸੇਲ ਆਲਸੋ तो therefore E ਜਿਹੜਾ ਪਾਰਟ ਹੈਗਾ this is incorrect so we have only 4 is the right answer in this case next related to Hadley cell it extends from equator to around 30 degree north and south latitude it features a rising limb at the subtropical high pressure zone this is incorrect ਕਿਉਂ ਜਿਹੜਾ ਰਾਈਜ਼ਿੰਗ ਲਿੰਬ ਹੈ ਉਹ ਕਿੱਥੇ ਹੈ ਉਹ ਇਕੁਏਟਰ ਦੇ ਕੋਲ ਹੈ ਜੀ 0 ਡਿਗਰੀ ਦੇ ਆਸ-ਪਾਸ ਹੈ ਰਾਈਟ ਆਹਾ ਤਾਂ ਡਿਸੈਂਡਿੰਗ ਲਿੰਬ ਹੈ ਜੋ ਕਿ ਹੈ ਸਬ ਟ੍ਰੋਪੀਕਲ ਹਾਈ ਪ੍ਰੈਸ਼ਰ ਜ਼ੋਨ ਤੇ ਇਟਸ ਨਾਟ ਦੀ ਰਾਈਜ਼ਿੰਗ ਲਿੰਬ ਸੋ ਇਟਸ ਇਨਕਰੈਕਟ ਇਟ ਇਜ਼ ਰਿਸਪੌਂਸਿਬਲ ਫॉर द ਫਾਰਮੇਸ਼ਨ ਆਫ ਟ੍ਰੇਡ ਵਿੰਡਸ ਆਫ ਕੋਰਸ ਬਿਲਕੁਲ ਜੀ ਟ੍ਰੇਡ ਵਿੰਡਸ ਬਾਰੇ ਹੁਣ ਆਪਾਂ ਗੱਲ ਕੀਤੀ ਕਿ ਆ ਮੰਨ ਲਓ ਤੁਹਾਡਾ ਲੈਟਸ ਸੇ ਇਕੁਏਟੋਰੀਅਲ ਲੋ ਪ੍ਰੈਸ਼ਰ ਜ਼ੋਨ ਹੈ ਐਂਡ ਓਵਰ ਯੂ ਹੈਵ ਸਬ ਟ੍ਰੋਪੀਕਲ ਹਾਈ ਪ੍ਰੈਸ਼ਰ ਜ਼ੋਨ ਤਾਂ ਜਿਹੜੀ ਹਵਾ ਇੱਥੋਂ ਸਿੰਕ ਕਰੂਗੀ ਉਰੇ ਉਹ ਇਸ ਤਰਫ ਜਾਣ ਦੀ ਕੋਸ਼ਿਸ਼ ਕਰੂਗੀ ਇਸ ਤਰਫ so these are nothing but planetary winds and trade winds ਦੀ ਆਪਾਂ ਗੱਲ ਕੀਤੀ ਹੈ so this is correct it operates due to intense solar heating at the equator yes it operates because of that only so we have 1 3 4 is the right answer in this case 3 only is the right answer next regarding planetary winds they are also called permanent or prevailing winds yes they are called as permanent or prevailing winds trade winds blow from subtropical high to equatorial low pressure zone the answer is yes westerlies are deflected towards the east in both the hemisphere ਹੁਣ ਇਸ ਤੇ ਗੱਲ ਦੁਬਾਰਾ ਕਰਦੇ ਆਪਾਂ let's say this is equatorial low pressure belt and over here we have subtropical high pressure belt and over here we have subpolar low pressure belt right so ਉਰੇ ਹਵਾ ਕੁਝ ਇਸ ਤਰੀਕੇ ਨਾਲ ਸਿੰਕ ਕੀਤੀ and then ਇਹ ਸਰਫ ਅਗੇਨ ਇਹ ਮੈਂ ਐਟਮੋਸਫੇਅਰ ਦੀ ਗੱਲ ਕੀਤੀ ਹੈ ਇਹ ਸਰਫੇਸ ਦੀ ਗੱਲ ਕਰ a part of it went towards equator a part of it went towards this part it had the tendency to move towards subpolar low pressure region but under the influence of Coriolis effect ਇਹ ਸਿੱਧੀ ਨਹੀਂ ਜਾਊਗੀ ਇਹ towards east move ਕਰੂਗੀ because ਆਪਾਂ ਦੇਖਿਆ ਹੁਣੇ ਕਿ Coriolis force ਕਰਕੇ ਕੀ ਹੁੰਦਾ ਹੈ ਕਿ things deviate towards right in northern hemisphere and they deviate towards left in southern hemisphere so be it northern hemisphere or be it let's say ਉਹ ਵੀ ਆਪਾਂ ਜੇ ਉਰੇ ਵੀ ਬਣਾਵਾਂਗੇ ਤਾਂ ਉਰੇ ਕੀ ਬਣਾਵਾਂਗੇ ਉਰੇ ਵੀ ਕੁਝ ਇਸ ਤਰੀਕੇ ਨਾਲ ਬਣ ਜਾਣਾ ਨੇ है वेस्टर्ली से क्योंकि वेस्ट तो रीजन हो रहा है बट इट इज बीइंग डिफ्लेक्टेड टुवर्ड्स द ईस्ट इन दिस केस so westerlies are deflected towards east in both hemispheres the answer is yes the polar easterlies blow from equator to the poles no they don't polar easterlies they blow from pole to pole towards equator and that too they converge over here forming a subpolar low pressure region so this statement is also incorrect right so in this case we have first statement which is correct then we have second statement which is correct third statement is also correct so 3 only is the right answer now next यहाँ पे कुछ local winds की अपन गल करनी है this is very important Mistral is a cold and dry wind blowing down the Rhone Valley into the Mediterranean Mistral it is a cold wind ਉਹਦੇ ਇਲਾਵਾ ਵੀ ਜਿਹੜੀ ਵਿੰਡਸ ਆਪਾਂ ਲੋਕਲ ਕਵਰ ਕਰਦੇ ਹਾਂ ਲੈਟਸ ਸੇ ਆਪਾਂ ਰੌਕੀਜ਼ ਦੀ ਗੱਲ ਕਰਾਂ ਇਨਫੈਕਟ ਚਿਨੂਕ ਦੀ ਗੱਲ ਕਰੀ ਦਾਂਗੇ ਰਾਈਟ ਉਸ ਤੋਂ ਇਲਾਵਾ ਵੀ ਇੱਕ ਬਹੁਤ ਇੰਪੋਰਟੈਂਟ ਵਿੰਡ ਹੈ ਜੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣੀ ਹੈ which was somewhere linked to the recent wildfire in California ਕਿਹੜੀ ਵਿੰਡ ਹੈ ਕਮੈਂਟ ਸੈਕਸ਼ਨ ਦੇ ਵਿੱਚ ਮੈਸੇਜ ਜ਼ਰੂਰ ਕਰਿਓ ਕਿਉਂਕਿ ਉਸ ਤੇ ਕੁਐਸਚਨ ਆਣਾ ਬਹੁਤ ਇੱਕ ਇੰਪੋਰਟੈਂਟ ਬਣਦਾ ਤੇ ਬਹੁਤ ਜ਼ਰੂਰੀ ਹੈ ਉਸ ਤੋਂ ਕੁਐਸਚਨ ਆ ਸਕਦਾ ਸੋ ਮਿਸਟਰਾਲ ਦੀ ਆਪਾਂ ਗੱਲ ਕਰਦੇ ਹਾਂ ਉਰੇ ਮਿਸਟਰਾਲ originates in the western Europe part and then it travels to the Rhone Valley and Rhone Valley on the border of Germany and France and then it travels towards the Mediterranean Sea the answer is yes it is a cold and dry wind then fawn ਦੀ ਗੱਲ ਕਰ ਰਹੇ ਹਾਂ ਆਪਾਂ ਇਹ ਇੱਕ let's say ਇੱਕ warm wind ਹੈ ਜੋ ਕਿੱਥੇ ਟਰੈਵਲ ਕਰਦੀ ਹੈ it is traveling on the leeward side this is windward side of mountain this is leeward side ਤਾਂ ਜਦੋਂ ਇਹ leeward side travel ਕਰ ਰਹੀ ਹੈ ਤਾਂ it gets heated up
ਇਟ ਗੈਟਸ ਹੀਟਡ ਅਪ ਤਾਂ ਉਰੇ ਸਨੋ ਜਿਹੜੀ ਹੋਊਗੀ ਇਸ ਸਾਈਡ ਤੇ ਉਹਨੂੰ ਇਹ ਹੀਟ ਅਪ ਕਰ ਲੂ ਤੇ ਇਹ ਐਲਪਸ ਦੇ ਮਾਊਂਟੇਨਸ ਦੇ ਕੇਸ ਵਿੱਚ ਫਲੋ ਕਰਦੀ ਹੈ the answer is yes ਤਾਂ ਹੀ ਕਰਕੇ ਇਸ ਸਾਈਡ ਜਿਹੜਾ ਹੈਗਾ you have Switzerland over here which has a very good climate a very conducive climate for tourism also because of this wind sorry next Chinook is a cold and moist wind experienced on the eastern slopes of Rockies mountains ਦੀ ਆਪਾਂ ਗੱਲ ਕਰਦੇ ਹਾਂ ਨਦਰਨ ਅਮਰੀਕਾ ਦੇ ਵਿੱਚ again a homework for you the ਦੋ very simple one ਕਿ ਰੌਕੀ ਮਾਊਂਟੇਨ ਕਿਹੜੇ ਕਿਹੜੇ ਕੰਟਰੀ ਚੋਂ ਪਾਸ ਕਰਦਾ ਠੀਕ ਹੈ ਜੀ ਰੌਕੀਜ਼ ਦੀ ਈਸਟਰਨ ਸਲੋਪਸ ਤੇ ਗੱਲ ਕਰ ਰਹੇ ਹਾਂ ਇਹ ਹੈਗੀ ਵੈਸਟਰਨ ਸਲੋਪ ਤਾਂ ਇੱਥੋਂ ਹਵਾ ਆਉਂਦੀ ਹੈ ਇਟ ਡਿਸੈਂਡਸ ਅਗੇਨ ਇਟ ਰਾਈਜ਼ਸ ਓਵਰ ਹੇਅਰ ਐਂਡ ਇਟ ਡਿਸੈਂਡਸ ਓਵਰ ਹੇਅਰ ਦ ਮੂਮੈਂਟ ਇਟ ਡਿਸੈਂਡਸ ਇਟ ਗੈਟਸ ਹੀਟਡ ਅਪ ਤਾਂ ਇਸ ਸਾਈਡ ਤੇ ਜਿਹੜੀ ਵੀ ਸਨੋ ਹੁੰਦੀ ਸੀਗੀ ਉਹਨੂੰ ਇਹ ਮੈਲਟ ਅਪ ਕਰ ਦਿੰਦੀ ਹੈ ਤੇ ਉਸੇ ਤਾਂ ਹੀ ਕਰਕੇ ਚਿਨੂਕ ਨੂੰ ਸਨੋ ਈਟਰ ਵੀ ਕਹਿੰਦੇ ਆਪਾਂ but it's not a cold and moist wind no it's a dry wind so third statement is incorrect ਲੂ is a hot and moist local wind ਲੂ ਬਾਰੇ ਆਪਾਂ ਸਭ ਜਾਣਦੇ ਹਾਂ ਕਿ ਨਦਰਨ ਇੰਡੀਆ ਦੇ ਵਿੱਚ ਲੂ ਚੱਲਦੀ ਹੈ ਗਰਮੀਆਂ ਦੇ ਵਿੱਚ it's a hot wind but it's not a moist wind so moist ਨਹੀਂ ਹੈ dry wind ਹੈ ਜੀ so we have two statements which are correct over here two are incorrect so thank you very much I believe today's session was helpful for you we'll meet next time stay positive keep working hard thank you